सत श्री अकाल, नमस्कार, आदाब। इस ਵੇਲੇ ਤੁਸੀਂ ਸ਼ਾਮਲ ਹੋਣ ਜਾ ਰਹੇ ਹੋ ਪ੍ਰੋਗਰਾਮ ਗੱਲਬਾਤ ਵਿੱਚ। ਆਪਾਂ ਹਮੇਸ਼ਾ ਇਹ ਗੱਲਬਾਤ ਪ੍ਰੋਗਰਾਮ ਦੇ ਵਿੱਚ ਬਹੁਤ ਵਿਸ਼ੇਸ਼ ਮਹਿਮਾਨ ਨੂੰ ਨਾਲ ਲੈ ਕੇ ਆਉਂਦੇ ਹਾਂ। ਅੱਜ ਸਾਡੇ ਨਾਲ ਬਹੁਤ ਹੀ ਇੱਕ ਪਿਆਰੀ ਸ਼ਖਸੀਅਤ ਪ੍ਰੋਗਰਾਮ ਗੱਲਬਾਤ ਵਿੱਚ ਸ਼ਾਮਲ ਹੋਣ ਜਾ ਰਹੀ ਹੈ, ਜਿਨ੍ਹਾਂ ਨੂੰ ਹੁਣੇ-ਹੁਣੇ ਕੈਨੇਡਾ ਦੇ ਵਿੱਚ ਸਥਾਪਿਤ ਢਾਹਾਂ ਪੁਰਸਕਾਰ, ਜਿਹੜਾ ਕਿ ਵੈਨਕੂਵਰ ਦੇ ਵਿੱਚ ਪੁਰਾਣੇ ਆਪਣਾ ਪਿੰਡ ਢਾਹਾਂ ਪਿੰਡ ਦੇ ਸਰਦਾਰ ਬੁੱਧ ਸਿੰਘ ਢਾਹਾਂ ਦੀ ਯਾਦ ਦੇ ਵਿੱਚ ਉਹਦੇ ਪਰਿਵਾਰ ਨੇ ਸਥਾਪਿਤ ਕੀਤਾ। ਉਹਨਾਂ ਨੂੰ ਸਾਹਿਤਿਕ ਖੇਤਰ ਵਿੱਚ ਇੱਕ ਬਹੁਤ ਹੀ ਵਿਸ਼ੇਸ਼ ਪ੍ਰਕਾਰ ਦੀਆਂ ਲਿਖਤਾਂ ਪਾਠਕਾਂ ਦੇ ਅੱਗੇ ਪਰੋਸਣ ਵਾਸਤੇ ਇਹ ਇਨਾਮ ਮਿਲਿਆ। ਆਪਾਂ ਅੱਜ ਗੱਲਬਾਤ ਉਸ ਸ਼ਖਸੀਅਤ ਦੇ ਨਾਲ ਕਰਨੀ ਹੈ। ਮੇਰੀ ਮੁਰਾਦ ਹੈ ਸਰਗੀ ਅੰਮ੍ਰਿਤਸਰ ਤੋਂ। ਅੱਜ ਸਾਡੇ ਨਾਲ ਸਰਗੀ ਸ਼ਾਮਲ ਹੋ ਰਹੀ ਹੈ। ਸਰਗੀ, ਗੱਲਬਾਤ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਹੈ ਸਵਾਗਤ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਮ। ਸਰਗੀ, ਤੁਹਾਨੂੰ ਢਾਹਾਂ ਪੁਰਸਕਾਰ ਮਿਲਿਆ ਹੈ ਕੈਨੇਡਾ ਵਿੱਚ, ਵੈਨਕੂਵਰ ਦੇ ਵਿੱਚ ਸਥਿਤ ਜਿਹੜੀ ਸਾਡੀ ਇੱਕ ਸੁਸਾਇਟੀ ਹੈ, ਇਹਨਾਂ ਨੇ ਇਹ ਪੁਰਸਕਾਰ ਤੁਹਾਨੂੰ ਦਿੱਤਾ ਹੈ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕ। ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ ਦੇ ਵੱਲੋਂ ਢਾਹਾਂ ਪੁਰਸਕਾਰ ਦੇ ਨਾਲ ਸਨਮਾਨਿਤ ਕੀਤੇ ਗਏ ਹੋ। ਸਾਡੀ ਸਾਰੇ ਦਰਸ਼ਕਾਂ ਵੱਲੋਂ ਵੀ ਤੇ ਪੰਜਾਬੀ ਨੈਸ਼ਨਲ ਟੀਵੀ ਵੱਲੋਂ ਸਾਡਾ ਬਹੁਤ ਬਹੁਤ ਤੁਹਾਨੂੰ ਕਹਿ ਸਕਦੇ ਆ ਕਿ ਬਹੁਤ ਹੀ ਜ਼ਿਆਦਾ ਖੁਸ਼ੀ ਜਿਹੜੀ ਹੈ ਉਹ ਮੈਨੂੰ ਮਹਿਸੂਸ ਹੋਈ ਜਦੋਂ ਮੈਨੂੰ ਪਤਾ ਲੱਗਾ ਕਿ ਸਰਗੀ ਨੂੰ ਇਨਾਮ ਮਿਲਿਆ। ਸੋ ਕੰਗ੍ਰੈਚੁਲੇਸ਼ਨਸ, ਵਧਾਈਆਂ, ਸਵੀਕਾਰ ਕਰੋ। ਹਾਂਜੀ ਹਾਂਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੇ ਸਾਰੇ ਦਰਸ਼ਕਾਂ ਦਾ, ਪਾਠਕਾਂ ਦਾ, ਔਰ ਸਾਰੇ ਜਿਹੜੇ ਤੁਹਾਡੇ ਨਾਲ ਇਸ ਮੰਚ ਤੇ ਜੁੜ ਬੈਠੇ ਦਰਸ਼ਕ ਨੇ, ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਤੁਹਾਡਾ ਫਿਰ ਇੱਕ ਵਾਰ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਸ ਪਲੇਟਫਾਰਮ ਤੇ ਲੈ ਕੇ ਆਏ ਹੋ ਜੀ। ਸਰਗੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੀਆਂ ਕਿਹੜੀਆਂ ਲਿਖਤਾਂ ਨੂੰ ਇਹ ਪੁਰਸਕਾਰ ਮਿਲਿਆ ਤੇ ਉਹਨਾਂ ਨੇ ਕਿਹੜੀ ਵਿਸ਼ੇਸ਼ਤਾ ਇਹਦੇ ਵਿੱਚ ਵੇਖੀ ਹੋਏਗੀ ਤੁਹਾਡੇ ਅਨੁਸਾਰ ਕਿ ਤੁਸੀਂ ਇਸ ਪੁਰਸਕਾਰ ਨੂੰ ਹਾਸਲ ਕਰ ਸਕੋ। ਹਾਂਜੀ, ਵੇਖੋ, ਮੈਂ ਆਪਣੀਆਂ ਕਿਤਾਬ ਦੀ ਆਪਣੀ ਵਿਸ਼ੇਸ਼ਤਾ ਤੇ ਕੀ ਮੈਂ ਦੱਸ ਸਕਦੀ ਹਾਂ। ਤੇ ਮੇਰੀ ਕਿਤਾਬ ਆਪਣੇ ਮਰਸੀਏ ਨੂੰ ਇਨਾਮ ਮਿਲਿਆ ਹੈ, ਔਰ ਇਹ ਇਨਾਮ ਜਿਹੜਾ ਹੈ ਉਹ ਦੋ ਮਤਲਬ ਸ਼ਾਹਮੁਖੀ ਵਿੱਚ ਵੀ ਦਿੱਤਾ ਜਾਂਦਾ ਹੈ ਔਰ ਗੁਰਮੁਖੀ 'ਚ ਵੀ ਜਿਹੜੇ ਰਾਈਟਰਸ ਲਿਖਦੇ ਨੇ ਉਹਨਾਂ ਨੂੰ ਮਿਲਦਾ ਹੈਗਾ ਹੈ। ਮੇਰੇ ਨਾਲ ਇੱਕ ਨੈਣ ਸੁਖ ਹੋਰਾਂ ਨੂੰ ਇਸ ਵਰੇ ਦਾ ਪਹਿਲਾ ਪੁਰਸਕਾਰ ਮਿਲਿਆ ਤੇ ਇੱਧਰ ਦੇ ਮਾਧੋਪੁਰੀ ਹੋਰਾਂ ਨੂੰ, ਬਲਵੀਰ ਮਾਧੋਪੁਰੀ ਹੋਰਾਂ ਨੂੰ ਤੇ ਮੈਨੂੰ ਫਾਈਨਲਿਸਟ ਵਜੋਂ ਉਹਨਾਂ ਨੇ ਚੁਣਿਆ। ਹੁਣ ਇਹ ਤੇ ਉਹੀ ਦੱਸ ਸਕਦੇ ਨਾ ਕੀ ਵਿਸ਼ੇਸ਼ਤਾਵਾਂ ਵੇਖੀਆਂ ਹੋਣਗੀਆਂ ਉਹਨਾਂ ਨੇ, ਤੇ ਪਰ ਜਿਹੜੇ ਪਾਠਕਾਂ ਵੱਲੋਂ ਜਾਂ ਜਿਹੜੇ ਪ੍ਰਤੀਕਰਮ ਆਉਂਦੇ ਰਹੇ ਆ ਮੇਰੀਆਂ ਕਹਾਣੀਆਂ ਬਾਰੇ, ਤਾਂ ਉਹ ਹਮੇਸ਼ਾ ਹੀ ਇਸ ਤਰ੍ਹਾਂ ਦੇ ਹੁੰਦੇ ਸੀਗੇ ਕਿ ਇਹ ਗੱਲਾਂ ਤਾਂ ਅਸੀਂ ਸੁਣਦੇ ਹੀ ਸੀਗੇ ਇਹ ਗੱਲਾਂ ਤਾਂ, ਪਰ ਤੁਸੀਂ ਇਸ ਨੂੰ ਇੱਕ ਕਾਟਵੇ ਰੂਪ ਵਿੱਚ ਲੈ ਕੇ ਆਉਂਦੇ ਹੋ। ਤਾਂ ਉਹ ਜਿਹੜੀਆਂ ਸਾਡੀ ਸੁਸਾਇਟੀ ਦੇ ਵਿੱਚ ਹੀ ਜਾਂ ਸਾਡੇ ਜਦੋਂ ਤੋਂ ਅਸੀਂ ਅਪਬ੍ਰਿੰਗਿੰਗ ਹੁੰਦੀ ਹੈ ਸਾਡੀ, ਤੇ ਆਲੇ ਦੁਆਲੇ ਸਾਡੇ ਕੋਲ ਮੁਹਾਵਰੇ ਹੁੰਦੇ ਆ, ਤਾਂ ਉਹ ਮੁਹਾਵਰੇ ਕਈ ਵਾਰੀ ਤੁਹਾਡੇ ਜ਼ਹਿਨ 'ਚ ਫਸ ਜਾਂਦੇ ਆ, ਔਰ ਉਹ ਫੋਕ ਈਡੀਅਮ ਜਿਹੜਾ ਆ ਤੁਹਾਨੂੰ ਬਹੁਤ ਕੁਝ ਦਿੰਦਾ ਆ, ਪਰ ਉਹ ਤੁਹਾਨੂੰ ਕਈ ਵਾਰੀ ਸੋਚਣ ਲਈ ਮਜਬੂਰ ਵੀ ਕਰਦਾ ਆ ਕਿ ਇਹ ਗੱਲ ਐਵੇਂ ਕਿਵੇਂ ਹੋ ਗਈ। ਜਿਵੇਂ ਮਿਸਾਲ ਦੇ ਤੌਰ ਤੇ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ ਕਿ ਮੇਰੀ ਕਹਾਣੀ ਹੈ ਹਾਲੀਡੇ ਵਾਈਫ, ਤਾਂ ਉਹਦੇ ਵਿੱਚ ਦੋ ਔਰਤਾਂ, ਸੰਤਾਪ ਇੱਕੋ ਜਿਹਾ, ਉਹਨਾਂ ਦੀ ਉਮਰ ਦਾ ਫਰਕ ਹੈ। ਤਾਂ ਉਹ ਕਹਿੰਦੀ ਹੈ ਕਿ ਉਹ ਸਵਾਣੀ ਜਿਹੜੀ ਖਸਮੇ ਭਾਣੀ, ਤਾਂ ਉਹ ਕਹਿੰਦੀ ਹੈ ਜਿਹੜੀ ਅੱਜ ਦੀ ਔਰਤ ਆ ਉਹ ਕਹਿੰਦੀ ਹੈ ਕਿ ਐਂ ਕਿਉਂ ਨਹੀਂ ਹੁੰਦਾ ਵੀ ਇਹ ਕਿਵੇਂ ਦੀ ਗੱਲ ਹੋਈ ਭੂਆ, ਐਂ ਕਿਉਂ ਨਹੀਂ ਹੁੰਦਾ ਕਿ ਉਹੋ ਹੀ ਸਿਆਣਾ ਜਿਹੜਾ ਰੰਨ ਨੂੰ ਭਾ ਜਾਣਾ, ਕਿ ਇਹ ਕਿਉਂ ਨਹੀਂ ਹੁੰਦਾ। ਤਾਂ ਉਸ ਤਰ੍ਹਾਂ ਦੀ ਜਿਹੜੀ ਇੱਕ ਸਾਡੇ ਕੋਲ ਇੱਕ ਫੋਕ ਈਡੀਅਮ ਜਿਹੜਾ ਪਿਆ ਹੁੰਦਾ ਆ,
ਜਾਂ ਉਹਦੇ ਨਾਲ ਡਾਇਲੋਗ ਜਦੋਂ ਕਰਦੀਆਂ ਨੇ ਔਰਤਾਂ, ਪਹਿਲੀ ਪੀੜ੍ਹੀ ਤਾਂ ਦੂਜੀ ਪੀੜ੍ਹੀ, ਉਹਦੇ ਵਿੱਚ ਇੱਕ ਗੱਲ ਜਿਹੜੀ ਹੈ ਉਹ ਨਿਖਰ ਕੇ ਆਉਂਦੀ ਆ ਸਾਹਮਣੇ। ਤਾਂ ਗੱਲਾਂ ਤਾਂ ਉਹੀ ਨੇ, ਪਰ ਉਹ ਜਦੋਂ ਇੱਕ ਵੱਖਰੇ ਰੂਪ ਚ ਆਉਂਦੀਆਂ ਆ ਤਾਂ ਉਹ ਸ਼ਾਇਦ, ਜਾਂ ਜਿਹੜੇ ਵੀ ਪਾਠਕ ਮੈਨੂੰ ਫੋਨ ਕਰਦੇ ਆ ਤਾਂ ਉਹਨਾਂ ਨੂੰ ਲੱਗਦਾ ਆ ਕਿ ਇਹ ਸਾਨੂੰ ਅਸੀਂ ਵੀ ਸੁਣਦੇ ਸੀ, ਇਹ ਸਾਨੂੰ ਕਿਉਂ ਨਹੀਂ ਆਇਆ, ਜਾਂ ਇਸ ਤਰੀਕੇ ਦੇ ਨਾਲ ਕਿੰਨੇ ਸੋਹਣੇ ਢੰਗ ਨਾਲ ਤੁਸੀਂ ਉਹ ਗੱਲ ਨੂੰ ਕਿਹਾ ਆ। ਤਾਂ ਇਸ ਤਰ੍ਹਾਂ ਦੀਆਂ ਜਦੋਂ ਗੱਲਾਂ, ਤਾਂ ਮੈਨੂੰ ਲੱਗਦਾ ਆ ਕਿ ਜਿਹੜੇ ਸਾਡੇ ਜਿਊਰੀ ਮੈਂਬਰਸ ਹੋਣਗੇ, ਉਹਨਾਂ ਨੇ ਵੀ ਜਦੋਂ ਇਹਨਾਂ ਨੇ ਪਿੱਛੇ ਜੇ ਵਰਚੁਅਲ ਸੈਰਾਮਨੀ ਹੋਈ ਸੀ ਤਾਂ ਉਹਦੇ ਵਿੱਚ ਵੀ ਗੱਲ ਗਾਹੇ ਬਗਾਹੇ ਕੀਤੀ ਇਸ ਗੱਲ ਦੀ ਕਿ ਵੱਖਰੇ ਤਰੀਕੇ ਦੇ ਨਾਲ ਗੁਰਬਾਣੀ ਦੇ ਨਾਲ, ਗੁਰਬਾਣੀ ਨੂੰ ਦੀਆਂ ਟੂਕਾਂ ਨੂੰ ਬੜੇ ਵਧੀਆ ਢੰਗ ਨਾਲ ਵਰਤਦੇ ਆ। ਫੋਕ ਈਡੀਅਮ ਜਿਹੜਾ ਹੈ ਉਹਨੂੰ ਨਿਵੇਕਲੇ ਰੂਪ ਵਿੱਚ ਪੇਸ਼ ਕਰਨਾ ਹੁੰਦਾ, ਕਰਨ ਦੇ ਵਿੱਚ ਇਹ ਕਹਾਣੀਕਾਰ ਨਿਪੁੰਨ ਹੈਗਾ। ਤਾਂ ਫਿਰ ਨੈਚੁਰਲੀ ਮੈਨੂੰ ਐਂ ਲੱਗਦਾ ਆ ਕਿ ਜੇ ਪਾਠਕ ਆਲੋਚਕ ਇਹ ਗੱਲਾਂ ਕਹਿੰਦੇ ਆ ਤਾਂ ਫਿਰ ਨਿਸ਼ਚੈ ਹੀ ਉਹਨਾਂ ਦੀ ਜਿਊਰੀ ਨੇ ਵੀ ਸ਼ਾਇਦ ਇਹੋ ਹੀ ਗੱਲਾਂ ਜਿਹੜੀਆਂ ਉਹ ਵੇਖੀਆਂ ਹੋਣਗੀਆਂ। बहुत खूब, बहुत खूब। सर जी, आप एक अध्यापक है, आप एक पीएचडी पंजाबी है। सर जी ने आप भी बहुत ਸਾਹਿਤ ਪੜ੍ਹਿਆ ਹੋਣਾ ਹੈ। ਲਿਖਣ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਲਗਭਗ ਸਾਰੇ ਹੀ ਜਿਹੜੇ ਲੇਖਕ ਨੇ ਉਹਨਾਂ ਨੂੰ ਤੂੰ ਪੜ੍ਹਿਆ ਹੋਣਾ ਹੈ ਤੁਸੀਂ। ਤੇ ਇੱਕ ਨਿਵੇਕਲੀ ਚੀਜ਼ ਜਿਵੇਂ ਹੁਣੇ ਸਰਗੀ ਨੇ ਕਹੀ ਹੈ ਕਿ ਉਸੇ ਹੀ ਲੋਕ ਈਡੀਅਮ ਜਿਹੜਾ ਹੈ, ਲੋਕ ਮੁਹਾਵਰੇ ਜਿਹੜੇ ਨੇ ਉਹਨਾਂ ਨੂੰ ਵੱਖਰਾ ਰੂਪ ਦੇਣਾ। ਤੇ ਸਰਗੀ ਮੈਨੂੰ ਇਹਦੇ ਵਿੱਚ ਇੱਕ ਚੀਜ਼ ਜਿਹੜੀ ਦਿਖਾਈ ਦਿੱਤੀ ਹੈ ਕਿ ਉਹੀ ਇੱਕ ਅਸੀਂ ਔਰਤ ਬਾਰੇ ਗੱਲ ਕਰਦੇ ਆ ਕਿ ਉਹੀ ਔਰਤ ਵਧੀਆ ਹੈ ਜਿਹੜੀ ਮਰਦ ਨੂੰ ਭਾਉਂਦੀ ਹੈ। ਇਹ ਕਿਉਂ ਨਹੀਂ ਕਹਿੰਦੇ ਕਿ ਉਹੀ ਮਰਦ ਚੰਗਾ ਹੈ ਜਿਹੜਾ ਕਿ ਔਰਤ ਨੂੰ ਭਾਉਂਦਾ ਹੈ। ਨਾਲੇ ਮੈਨੂੰ ਇਹਦੇ ਵਿੱਚੋਂ ਇੱਕ ਆਵਾਜ਼, ਇੱਕ ਕੀ ਕਹਿੰਦੇ ਹੁੰਦੇ ਨਾ, ਇੱਕ ਛੋਟੀ ਜਿਹੀ ਸਾਊਂਡ ਸੁਣਾਈ ਦਿੱਤੀ ਹੈ ਕਿ ਔਰਤ ਆਪਣੀ ਹੋਂਦ ਨੂੰ, ਔਰਤ ਆਪਣੀ ਹੋਂਦ ਨੂੰ ਦਰਸਾਉਣਾ ਚਾਹੁੰਦੀ ਹੈ। ਸੋ ਤੁਸੀਂ ਜਿਹੜੀਆਂ ਬਾਕੀ ਕਹਾਣੀਆਂ ਲਿਖੀਆਂ ਜਿਵੇਂ ਤੁਹਾਡੀ ਮਰਸੀਏ, ਆਪਣੇ ਆਪਣੇ ਮਰਸੀਏ ਕਹਾਣੀ ਹੈ, ਇਸੇ ਤਰ੍ਹਾਂ ਹੋਰ ਹੈ, ਇਹ ਜਿੰਨੀਆਂ ਵੀ ਕਹਾਣੀਆਂ ਨੇ ਤੁਸੀਂ ਔਰਤ ਦੇ ਇਸ ਸੁਭਾਅ ਨੂੰ ਲੈ ਕੇ ਲਿਖੀਆਂ ਨੇ ਕਿ ਔਰਤ ਕੁਝ ਵੱਖਰਾ ਕਰਨਾ ਚਾਹੁੰਦੀ ਹੈ, ਜਾਂ ਇਸ ਇੱਕ ਢਰਰਾ ਹੈ, ਇੱਕ ਸਾਡਾ ਫਰੇਮ ਬਣਿਆ ਹੋਇਆ ਹੈ, ਔਰਤ ਉਹਦੇ ਚੋਂ ਬਾਹਰ ਨਿਕਲ ਕੇ ਆਉਣਾ ਚਾਹੁੰਦੀ ਹੈ। ਹਾਂਜੀ, ਬਿਲਕੁਲ ਇਸ ਤਰ੍ਹਾਂ ਦੀ ਵੀ ਗੱਲ ਹੈ। ਵੇਖੋ, ਕਹਾਣੀਆਂ ਜਿਹੜੀਆਂ ਹਨ ਉਹ ਵੱਖਰੇ ਵੱਖਰੇ, ਉਹਨਾਂ ਦੇ ਥੀਮ ਜਿਹੜੇ ਆ ਉਹ ਵੱਖਰੇ ਹੈ। ਜਦੋਂ ਮੈਨੂੰ ਇਹ ਲੱਗਦਾ ਹੁੰਦਾ ਹੈ, ਮੈਂ ਕਹਾਣੀ ਦੀ ਪਾਠਕ ਵੀ ਹੈ, ਕਹਾਣੀ ਪੜ੍ਹਾਉਂਦੀ ਵੀ ਆ, ਕਹਾਣੀ ਤੇ PhD ਹੈ ਮੇਰੀ। ਤਾਂ ਮੈਨੂੰ ਇਹ ਲੱਗਦਾ ਆ ਕਿ ਕਹਾਣੀ ਪੜ੍ਹਨੀ ਹਾਰੀ ਸਾਰੀ ਦਾ, ਆਪਾਂ ਪੜ੍ਹਦੇ ਤੇ ਹੈ ਆ, ਪਾਠਕ ਵੀ ਕਈ ਵਾਰੀ ਮੈਂ ਇਹ ਵੇਖਿਆ ਆ ਕਿ ਆਮ ਪਾਠਕ ਵੀ ਉਹ ਕਹਾਣੀ ਚ ਇਹੋ ਜਿਹੀ ਲੱਭਤ ਕਰ ਲੈਂਦਾ ਕਿ ਤੁਹਾਨੂੰ ਚਕਾਚੌਂਧ ਕਰ ਦਿੰਦਾ ਹੈ। ਤੇ ਕਹਾਣੀ ਪੜ੍ਹਨੀ ਜਿਹੜੀ ਹੈ ਨਾ, ਉਹ ਵੀ ਆਪਣੇ ਆਪ ਚ, ਜਿਹਨੂੰ ਉਹ ਕਹਾਣੀ ਲਿਖਣਾ ਤਾਂ ਇੱਕ ਗੁਣ ਹੈ ਹੀ ਆ, ਕਹਾਣੀ ਪੜ੍ਹਨ ਦਾ ਵੀ ਇੱਕ ਹੁਨਰ ਹੁੰਦਾ ਆ। ਔਰ ਜਿਹੜਾ ਇਸ ਹੁਨਰ ਨੂੰ ਪਾ ਜਾਂਦਾ ਆ ਉਹ ਫਿਰ ਹਰ ਟੋਹ ਚੋਂ ਵੱਖਰੀ ਵੱਖਰੀ, ਹਰ ਕਹਾਣੀ ਚੋਂ ਵੱਖਰੀਆਂ ਵੱਖਰੀਆਂ ਡਾਇਮੈਂਸ਼ਨਸ, ਟੋਹਾਂ ਜਿਹੜੀਆਂ ਉਹ ਲੱਭਦਾ ਆ। ਤਾਂ ਇਹ ਸਾਰਾ ਕੁਝ ਜਿਹੜਾ ਆ ਨਾ, ਇਹ ਹਾਰੀ ਸਾਰੀ ਦਾ ਕੰਮ ਨਹੀਂ ਹੁੰਦਾ। ਮਿਸਾਲ ਦੇ ਤੌਰ ਤੇ ਜਦੋਂ ਆਪਣੀਆਂ ਵੀਨਾ ਵਰਮਾ ਹੋਰਾਂ ਨੇ ਕਹਾਣੀਆਂ ਲਿਖੀਆਂ ਤਾਂ ਬਹੁਤ ਸੋਹਣੀਆਂ ਉਹਨਾਂ ਦੀਆਂ ਕਹਾਣੀਆਂ ਹਨ। ਤਾਂ ਉਹਦੇ ਵਿੱਚ ਇਸ ਵਾਰੀ ਇੱਕ ਉਹਨਾਂ ਦੀ ਆਈ ਇੱਕ ਕੁੜੀ, ਮਤਲਬ ਮੈਨੂੰ ਨਾਮ ਭੁੱਲ ਗਿਆ, ਜਿਹੜੀ ਉਹਨਾਂ ਦੀ ਲੇਟੈਸਟ ਕਿਤਾਬ ਆਈ ਸੀਗੀ, ਤਾਂ ਉਹਦੇ ਵਿੱਚ ਥੋੜਾ ਦੁਹਰਾਓ ਹੈਗਾ ਹੈ, ਪਰ ਫਿਰ ਵੀ ਹਰ ਕਹਾਣੀ ਜਿਹੜੀ ਹੈ ਨਾ ਵੱਖਰੀ ਟੋਹ ਦਿੰਦੀ ਹੈਗੀ ਹੈ। ਇਸ ਤਰੀਕੇ ਦੇ ਨਾਲ ਮੈਨੂੰ ਇੱਕ ਕੰਸੋ ਵੀ ਦਿੰਦੀ ਹੈ। ਤਾਂ ਜਿਵੇਂ ਪ੍ਰਵੇਸ਼ ਸੰਧੂ ਹੋਰੀ ਬਹੁਤ ਸੋਹਣੀਆਂ ਕਹਾਣੀਆਂ ਲਿਖਦੇ ਆ, ਔਰ ਜਿਹੜੇ ਸਾਡੇ ਸਮਕਾਲੀ ਹੈਗੀਆਂ ਲੇਖਕਾਵਾਂ ਜਾਂ ਸਾਡੇ ਮਰਦ ਲੇਖਕ ਨੇ, ਔਰ ਮੈਨੂੰ ਇਹ ਲੱਗਦਾ ਆ ਕਿ ਇਹ ਕਹਾਣੀ ਜਿਹੜੀ ਪੜ੍ਹਨੀ ਹੈ ਨਾ, ਉਹਦਾ ਹੁਨਰ ਵੀ ਕਿਸੇ ਕਿਸੇ ਨੂੰ ਆਉਂਦਾ। ਔਰ ਬੜੀ ਛੇਤੀ ਜੇ ਔਰਤ ਲਿਖ ਰਹੀ ਆ ਤਾਂ ਉਹਦੇ ਵਿੱਚ ਪਹਿਲਾਂ ਤਾਂ ਗੱਲ ਔਰਤ ਨੂੰ ਹੀ ਭਾਲਣਾ ਸ਼ੁਰੂ ਕਰ ਦਿੰਦੇ ਵੀ ਇਹਦੇ ਚ ਇਹ ਕਿੰਨੀ ਕੁ ਹੈਗੀ ਹੈ ਨਾ। ਤਾਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆ ਉਹ ਹੁੰਦੀਆਂ ਹੈਗੀਆਂ ਆ। ਤੇ ਇਹ ਕਹਾਣੀਆਂ ਜਿਹੜੀਆਂ ਨਾ ਔਰਤ ਦੀਆਂ ਵੱਖਰੀਆਂ ਵੱਖਰੀਆਂ ਸ਼ੇਡਸ ਜਿਹੜੀਆਂ ਆ ਉਹ ਦਿੰਦੀਆਂ। ਮਿਸਾਲ ਦੇ ਤੌਰ ਤੇ ਕਈ ਵਾਰੀ ਕੁਝ ਲੋਕ ਇਸ ਨੂੰ ਕਾਮੁਕਤਾ ਨਾਲ ਜੋੜ ਲੈਂਦੇ ਹੈਗੇ ਆ ਕਿ ਕਾਮੁਕਤਾ ਇਸ ਤਰੀਕੇ ਦੇ ਨਾਲ, ਜਾਂ ਬੜੇ ਇਲਜ਼ਾਮ ਕਈ ਵਾਰੀ, ਮੈਂ ਆਪਣੀ ਨਹੀਂ ਗੱਲ ਕਰਦੀ, ਕਿ ਉਹਦੇ ਵਿੱਚੋਂ ਜਿਹੜੇ ਉਹ
ਜੋ ਵੀ ਉਹ ਆਪਣੇ ਤਰੀਕੇ ਦੇ ਨਾਲ ਉਹਦੀ ਵਿਆਖਿਆ ਕਰਨ ਬਹਿ ਜਾਂਦੇ, ਪਰ ਉਹਨਾਂ ਕਹਾਣੀਆਂ ਦੇ ਵਿੱਚ ਔਰਤ ਦੀ ਸੈਂਸਿਬਿਲਿਟੀ ਦੇ ਮਸਲੇ ਹੈਗੇ ਆ, ਔਰਤ ਦੀ ਸੰਵੇਦਨਾ ਦੇ ਮਸਲੇ ਹੈਗੇ ਆ, ਭਾਵੇਂ ਉਹ ਕਾਮਕ ਪੱਖ ਦੇ ਨਾਲ, ਭਾਵੇਂ ਉਹ ਮਾਂ ਦੇ ਨਾਲ ਹੈ, ਭਾਵੇਂ ਉਹਦੀ ਔਲਾਦ ਜਿਹੜੀ ਹੈ ਮਮਤਾ ਦੇ ਨਾਲ ਹੈ। ਔਰ ਉਹਨਾਂ ਨੂੰ ਫੜਨਾ ਨਾ ਕਈ ਵਾਰੀ ਔਖਾ ਹੋ ਜਾਂਦਾ ਆ, ਤਾਂ ਉਹ ਫਿਰ ਇੱਕੋ ਕਹਾਣੀਆਂ ਨੂੰ ਇੱਕੋ ਜਿਹੇ ਅੰਗਰੇਜ਼ੀ ਚ ਤੋਲ ਦਿੰਦੇ ਆ। ਤੇ ਇਸ ਲਈ ਇਹ ਕਹਾਣੀਆਂ ਜਿਹੜੀਆਂ ਆ ਉਹ ਵੱਖਰੀਆਂ ਵੱਖਰੀਆਂ ਹੈਗੀਆਂ ਆ। ਭਾਵੇਂ ਤੁਸੀਂ ਹੌਲੀਡੇ ਵਾਈਫ ਲੈ ਲਓ, ਉਹਦੇ ਵਿੱਚ ਮਸਲਾ ਹੋਰ ਹੈ, ਉਹਦੇ ਵਿੱਚ ਔਰਤ ਦੀ ਹੋਂਦ ਦਾ ਮਸਲਾ ਆ। ਔਰ ਇਸੇ ਤਰੀਕੇ ਦੇ ਨਾਲ ਆਪਣੇ ਆਪਣੇ ਮਰਸੀਏ ਹੈਗੀ ਜਿਹੜੀ ਕਹਾਣੀ, ਜੇ ਤੁਸੀਂ ਪੜ੍ਹੀ ਹੋਵੇ, ਮੈਨੂੰ ਲੱਗਦਾ ਹੈ ਪੜ੍ਹੀ ਹੈ ਤੁਸੀਂ, ਤਾਂ ਉਹਦੇ ਵਿੱਚ ਤਾਂ ਔਰਤ ਦੇ ਦੁੱਖ ਤੋਂ ਪਾਰ ਜਾਣ ਦੀ ਗੱਲ ਹੈ ਕਿ ਇੱਕ ਔਰਤ ਹੈ ਜਿਹੜੀ 1 ਸਾਲ ਦੇ ਵਿੱਚ ਆਪਣਾ ਬਾਪ, ਆਪਣਾ ਭਰਾ ਔਰ ਆਪਣਾ ਪਤੀ ਔਰ ਆਪਣਾ ਬੇਟਾ ਜਿਹੜਾ ਹੈ ਉਹ ਗਵਾ ਲੈਂਦੀ ਹੈ। ਤਾਂ ਉਹਨੂੰ ਉਸ ਥਾਂ ਤੋਂ ਭੱਜ ਜਾਣਾ ਚਾਹੁੰਦੀ ਹੈ। ਹੁਣ ਉਹ ਚੀਜ਼ ਨੂੰ ਪਕੜਨਾ ਜਿਹੜਾ ਆ ਨਾ, ਉਹ ਕਿਉਂ ਇਸ ਤਰ੍ਹਾਂ ਦਾ ਬਿਹੇਵ ਕਰ ਰਹੀ ਹੈ, ਕਿਉਂ ਆਪਣੇ ਜਿਹੜਾ ਬੱਚੇ ਦੀ ਥੋੜੇ ਜਿਹੇ ਸਮੇਂ ਤੋਂ ਬਾਅਦ ਆਪਣਾ ਕੋਰਟ ਮੈਰਿਜ ਕਿਸੇ ਨਾਲ ਕਰਾ ਰਹੀ, ਉਹਦੇ ਚ ਕਾਮਕਤਾ ਦਾ ਮਸਲਾ ਨਹੀਂ ਹੈਗਾ। ਉਹਦੇ ਵਿੱਚ ਉਹ ਤਾਂ ਉਹਨਾਂ ਦੁੱਖਾਂ ਤੋਂ, ਕਿਉਂਕਿ ਅਸੀਂ ਕੁਝ ਕੁ ਰਿਸ਼ਤਿਆਂ, ਉਹਦੇ ਵਿੱਚ ਵੀ ਉਹ ਕਹਿੰਦੀ ਆ ਕਿ ਬੰਦਾ ਕੁਝ ਕੁ ਰਿਸ਼ਤਿਆਂ ਦੇ ਕਰਕੇ ਹੀ ਸਾਊ ਜਿਹਾ ਬਣਿਆ ਰਹਿੰਦਾ ਹੈ। ਤਾਂ ਉਹ ਵੀ ਗੱਲ ਹੈ, ਤੇ ਨਾਲ ਉਹ ਆਪਣੇ ਦੁੱਖ ਤੋਂ ਪਾਰ ਜਾਣਾ ਚਾਹੁੰਦੀ। ਜਦੋਂ ਕਹਿੰਦੀ ਹੈ ਕਿ ਉਸ ਵੇਲੇ ਸੁੱਤੀ ਦਾ ਸਿਰਹਾਣਾ ਗਿੱਲਾ ਹੋ ਜਾਂਦਾ ਸੀ ਤਾਂ ਮੈਨੂੰ ਪਤਾ ਨਹੀਂ ਸੀ ਲੱਗਦਾ ਮੈਂ ਕਿਹਨੂੰ ਰੋ ਰਹੀ ਹਾਂ। ਤੇ ਬੰਦੇ ਦੀ ਸਾਰੀ ਦੌੜ ਜਿਹੜੀ ਹੈ ਨਾ ਸੁੱਖਾਂ ਵੱਲ ਹੈ, ਔਰ ਉਹ ਦੁੱਖ ਤੋਂ ਪਾਰ ਜਾਣਾ ਚਾਹੁੰਦੀ ਹੈ। ਇਸ ਲਈ ਮੈਨੂੰ ਐਂ ਲੱਗਦਾ ਹੈ ਕਿ ਨਿੱਕੇ ਨਿੱਕੇ ਜੇ ਅਸੀਂ ਉਹ ਕਹਾਣੀਆਂ ਦੇ ਵਿੱਚੋਂ ਨੁਕਤੇ ਨਹੀਂ ਫੜਦੇ ਨਾ, ਤਾਂ ਉਹ ਗੱਲ ਉਹ ਹੋ ਜਾਂਦੀ ਹੈ, ਮੈਨੂੰ ਲੱਗਦਾ ਗੱਲ ਹੋਰ ਪਾਸੇ ਤੁਰ ਗਈ। ਤਾਂ ਇਸ ਤਰੀਕੇ ਦੇ ਨਾਲ ਹਰ ਕਹਾਣੀ ਦੇ ਵਿੱਚ ਮਸਲਾ ਜਿਹੜਾ ਹੈ ਉਹ ਔਰਤ ਦੀ ਐਗਜ਼ਿਸਟੈਂਸ ਨਾਲ ਪਿਆ ਹੋਇਆ, ਔਰਤ ਦੀ ਸੰਵੇਦਨਾ ਨਾਲ ਪਿਆ ਹੋਇਆ। ਉਹ ਸੰਵੇਦਨਾ ਉਸਦੀ ਜਿਹੜੀ ਹੈ ਹਰ ਪਾਸੇ ਵੱਲ ਜਿਹੜੀ ਹੈ, ਉਹਦੀ ਅੰਦਰਲੀ ਪਿਆਰ ਦੀ ਭੁੱਖ ਵੀ ਹੈ, ਉਹਦੇ ਅੰਦਰ ਦੀ ਕਾਮਕ ਤੜਪ ਵੀ ਹੋ ਸਕਦੀ ਹੈ, ਉਹਦੇ ਅੰਦਰ ਜੋ ਕੁਝ ਉਹਦੀ ਆਪਣੀ ਐਗਜ਼ਿਸਟੈਂਸ ਵੀ ਹੋ ਸਕਦੀ ਹੈ ਕਿ ਮੈਂ ਕਿੱਥੇ ਹੈਗੀ ਆ, ਵੇਅਰ ਉਹਦੇ ਚ ਆਈ ਐਮ। ਇੱਕ ਤਾਂ ਮੈਂ ਉਹ ਤੁਹਾਡੀ ਸਾਰਾ ਕਹਾਣੀ ਜਿਹੜੀ ਹੈ ਉਹ ਆਪਣੇ ਆਪਣੇ ਮਰਥੀਏ ਪੜ੍ਹੀ ਹੈ। ਉਹਦੇ ਵਿੱਚ ਜਿਹੜੀ ਤੁਸੀਂ ਇੱਕ ਗੱਲ ਕਰ ਰਹੇ ਹੋ ਔਰਤ ਦੀ, ਕਿ ਔਰਤ ਆਪਣੇ ਦੁੱਖਾਂ ਤੋਂ ਪਾਰ ਜਾਣਾ ਚਾਹੁੰਦੀ ਹੈ। ਔਰਤ ਜਦੋਂ ਆਪਣੇ ਬਹੁਤ ਨੇੜਲੇ ਰਿਸ਼ਤੇ ਗਵਾ ਬਹਿੰਦੀ ਹੈ ਤਾਂ ਫਿਰ ਉਹਨੂੰ ਲੱਗਦਾ ਕਿ ਮੈਨੂੰ ਇਸ ਜਗ੍ਹਾ ਤੋਂ, ਉਸ ਸਥਾਨ ਤੋਂ ਮੈਨੂੰ ਹਟ ਜਾਣਾ ਚਾਹੀਦਾ ਹੈ, ਤਾਂ ਜੋ ਮੈਂ ਕਿਸੇ ਹੋਰ ਦੁਨੀਆ ਦੇ ਵਿੱਚ ਜਾ ਕੇ ਥੋੜਾ ਜਿਹਾ ਸੌਖਾ ਸਾਹ ਲੈ ਲਵਾਂ। ਉਹ ਇਹ ਜਿਹੜੀ ਤੁਹਾਡੀ ਕਹਾਣੀ ਹੈ, ਇਹਦੇ ਵਿੱਚ 2 ਪੈਰਲ ਔਰਤਾਂ, ਸਮਾਨਾਂਤਰ ਔਰਤਾਂ ਨੇ। ਦੋਨੋਂ ਹੀ ਔਰਤਾਂ ਜਿਹੜੀਆਂ ਵਾ ਉਹ ਆਪਣੇ ਰਿਸ਼ਤੇ ਗਵਾ ਚੁੱਕੀਆਂ। ਸ਼ਾਇਦ ਮੈਂ ਠੀਕ ਹੋਵਾਂ ਤਾਂ, ਇਹ ਕਹਾਣੀ ਮੇਰੇ ਦਿਮਾਗ ਚੋਂ ਨਹੀਂ ਨਿਕਲ ਗਈ ਤਾਂ। ਪਰ ਉਹ ਦੋਨੋਂ ਔਰਤਾਂ ਜਿਹੜੀਆਂ ਨੇ ਵੱਖਰੇ ਵੱਖਰੇ ਰਸਤੇ ਅਪਣਾਉਂਦੀਆਂ ਨੇ। ਇਹਦੇ ਬਾਰੇ ਕੀ ਤੁਹਾਡਾ ਵਿਚਾਰ ਹੈ? ਇੱਕ ਔਰਤ ਰਸਤਾ ਅਪਣਾਉਂਦੀ ਹੈ ਕਿ ਉਹ ਚੋਂ ਪਾਰ ਨਿਕਲ ਕੇ ਜਗ੍ਹਾ ਦਾ ਬਦਲੀ ਕਰ ਲੈਣਾ ਚਾਹੁੰਦੀ ਹੈ, ਇਹ ਦੂਸਰੀ ਔਰਤ ਹੈ ਉੱਥੇ ਰਹਿ ਕੇ ਇੱਕ ਐਸਾ ਰਸਤਾ ਅਪਣਾਉਂਦੀ ਹੈ ਕਿ ਉਹ ਆਪਣਾ ਜ਼ਰੀਆ ਲੱਭ ਲੈਂਦੀ ਹੈ ਕਿ ਮੈਂ ਉਹਦੇ ਦੁੱਖ ਤੋਂ ਪਾਰ ਜਾਣ ਦਾ ਰਸਤਾ ਉਹਦਾ ਦੂਸਰਾ ਹੁੰਦਾ। ਤੁਸੀਂ ਇਹਨਾਂ ਦੋਨਾਂ ਨੂੰ ਕਿਵੇਂ ਲੈਂਦੇ ਹੋ ਕਿ ਔਰਤ ਜਾਤ ਇੱਕ ਹੈ ਬਟ ਰਸਤੇ ਵੱਖੋ ਵੱਖਰੇ ਨੇ, ਇਹਨੂੰ ਤੁਸੀਂ ਕਿਵੇਂ ਲੈਂਦੇ? ਹਾਂਜੀ ਥਿੰਦ ਮੈਮ, ਤੁਸੀਂ ਬੜਾ ਸੋਹਣਾ ਨੁਕਤਾ ਪਕੜਿਆ ਆ। ਔਰ ਉਹਦੇ ਵਿੱਚ ਵੇਖੋ 2 ਔਰਤਾਂ ਆ, ਇੱਕ ਚੰਨੀ ਹੈ, ਇੱਕ ਨਿੰਦੀ ਹੈ, ਹਨਾ। ਤੇ ਨਿੰਦੀ ਜਿਹੜੀ ਹੈ ਉਹ ਜੋ ਵੀ ਕਰ ਰਹੀ ਹੈ ਸ਼ਰੇਆਮ ਕਰ ਰਹੀ ਹੈ ਕਿ ਮੈਂ ਠੀਕ ਹੈ, ਹਨਾ। ਤੇ ਮਤਲਬ ਉਹ ਆਪਣੇ ਦੁੱਖ ਚ, ਆਪਣੇ ਉਸ ਤਰੀਕੇ ਚ ਵੀ ਮੈਂ ਇੱਥੋਂ ਦੂਰ ਜਾਣਾ। ਜਿਹੜੀ ਚੰਨੀ ਹੈ ਕਰਨ ਉਹ ਵੀ ਉਹ ਕੁਝ ਡਈ ਹੈ, ਪਰ ਉਹ ਮਤਲਬ ਉਹ ਇੱਕ ਸਮਾਜਿਕ ਮਰਿਆਦਾ ਦੇ ਵਿੱਚ ਰਹਿ ਕੇ ਜਿਹੜਾ ਹੈ ਕਰ ਰਹੀ। ਉਹ ਮੇਰਾ ਮਤਲਬ ਇਹ ਸੀ ਕਿ 2 ਸ਼ੇਡਸ, ਸਥਿਤੀਆਂ ਇੱਕ ਨੇ, ਔਰ ਉਹਨਾਂ ਇੱਕ ਸਥਿਤੀ ਵਿੱਚ ਉਹ 2 ਔਰਤਾਂ ਉਹਨਾਂ ਦੇ ਨਾਲ ਕਿਵੇਂ ਨਿਭ ਰਹੀਆਂ। ਤੇ ਨੈਚੁਰਲੀ ਜਿਹੜੀ ਔਰਤ ਜਿਹੜੀ ਹੈ ਸਮਾਜਿਕ ਮਾਨ ਮਰਿਆਦਾ ਵੀ ਨਹੀਂ ਭੰਗ ਕਰ ਰਹੀ, ਤਾਂ ਉਹਨੂੰ ਲੋਕ ਕੁਝ ਨਹੀਂ ਕਰਨ, ਉਹ ਕੁਝ ਹੀ ਡਈ। ਔਰ ਮੈਂ ਉਹ ਆਪਣੀ ਸੁਸਾਇਟੀ ਦਾ ਜਿਹੜਾ ਇੱਕ ਦੋਗਲਾ ਕਿਰਦਾਰ ਹੈ ਉਹਦੇ ਬਾਰੇ ਜਿਹੜਾ ਹੈ, ਭਾਵੇਂ ਕਿ ਗੱਲਾਂ ਉਹਦੇ ਬਾਰੇ ਵੀ ਲੋਕ ਕਰਦੇ ਹੈ, ਤਾਂ ਉਹ ਕਹਿੰਦੀ ਹੈ ਕਿ ਮੈਂ ਹੁਣ ਢੀਠ ਹੋ ਗਈ ਹੈ, ਹੈਨਾ। ਤਾਂ ਇਸ ਤਰ੍ਹਾਂ ਦੀਆਂ ਉਹਦੇ ਚ ਗੱਲਾਂ ਆ।
ਤੇ ਕਿਵੇਂ ਉਹਦਾ ਜਿਹੜਾ ਜੇਠ ਹੈ ਉਹ ਕਹਿੰਦਾ ਵੀ ਇੱਥੇ ਰਹੇਂਗੀ ਤੇ ਮੇਰੀ ਰੰਨ ਬਣ ਕੇ ਰਹੇਂਗੀ, ਔਰ ਉਹਦੇ ਨਾਲ ਉਹ ਕਿਸ ਤਰ੍ਹਾਂ ਜਾ ਕੇ ਕਹਿੰਦੀ ਹੈ ਕਿ ਅੱਜ ਤੋਂ ਬਾਅਦ ਜੀਣ ਦੀ ਤਾਂ ਕੀ, ਮਰਨ ਦੀ ਸਾਂਝ ਵੀ ਖਤਮ ਸਰਦਾਰਾ। ਤਾਂ ਉੱਥੇ ਤੁਸੀਂ ਵੇਖੋ ਔਰਤ ਜਿਹੜੀ ਹੈ ਨਾ ਉਹ ਤਿੜਕਦੀ ਹੈ ਪਰ ਟੁੱਟਦੀ ਨਹੀਂ ਹੈਗੀ। ਉਹ ਆਪਣੀ ਫਿਰ ਐਗਜ਼ਿਸਟੈਂਸ ਦੇ ਨਾਲ, ਉਸੇ ਹੱਠ ਦੇ ਨਾਲ ਉਹ ਕਹਿੰਦੀ ਹੈ ਕਿ ਮੈਂ ਮਤਲਬ ਜਿਹੜੀ ਉਹ ਮਰਿਆਦਾ ਦੇ ਵਿੱਚ ਔਰਤ ਰਹਿੰਦੀ ਹੈ, ਕਹਿੰਦੀ ਕਿ ਉਹਨੇ ਮੈਨੂੰ ਗਾਲਾਂ ਕੱਢੀਆਂ ਤੇ ਮੈਂ ਵੀ ਆਪਣੇ ਸਿਰੋਂ ਜਿਹੜੀ ਚੁੰਨੀ ਜਿਹੜੀ ਸੀ ਉਹ ਲਾ ਲਈ। ਉਹ ਨਿੱਕੇ ਨਿੱਕੇ ਜਿਹੜੇ ਮੋਟਿਵ ਹੈ ਉਹ ਦੱਸ ਰਿਹਾ ਕਿ ਉਹਦੇ ਅੰਦਰ ਜਿਹੜਾ ਉਹ ਕਿੰਨਾ ਵਿਦਰੋਹ ਹੈ ਇਸ ਸੁਸਾਇਟੀ ਦੇ ਬਾਰੇ। ਔਰ ਉਹ ਦੋਨੋਂ ਹੀ ਫਿਰ ਉਹ ਆਪਸ ਦੇ ਵਿੱਚ ਮਤਲਬ ਇੱਕ ਸਥਿਤੀਆਂ, ਔਰਤਾਂ ਦੋਵੇਂ ਇੱਕੋ ਜਿਹੀਆਂ ਸਥਿਤੀਆਂ ਹੰਢਾ ਰਹੀਆਂ ਪਰ ਉਹਨਾਂ ਦੀਆਂ ਸ਼ੇਡਸ ਵੱਖਰੀਆਂ ਵੱਖਰੀਆਂ ਦੇਣ ਦੀ ਜਿਹੜੀ ਹੈ ਉਹ ਕੋਸ਼ਿਸ਼ ਹੈ ਇਸ ਕਹਾਣੀ ਦੇ ਵਿੱਚ ਮੈਂ ਕੀਤੀ ਹੈਗੀ ਹੈ। ਬਿਲਕੁਲ। ਮੈਨੂੰ ਲੱਗਦਾ ਕਿ ਤੁਸੀਂ ਮੋਸਟਲੀ ਜਿਹੜੀ ਕਹਾਣੀ ਲਿਖੀ ਹੈ ਬੀਇੰਗ ਔਰਤ ਦੇ ਦਿਲ ਦੀ ਥਾਂ ਪਾਉਣ ਦੀ ਯਤਨ ਕੀਤਾ ਹੈ, ਚਾਹੇ ਇੱਕ ਹਾਂਜੀ ਪਹਿਲੂ ਤੇ ਚਾਹੇ ਦੂਜੇ ਪਹਿਲੂ ਤੇ, ਕਿ ਔਰਤ ਅਸਲ ਦੇ ਵਿੱਚ ਕਰਨਾ ਕੀ ਚਾਹੁੰਦੀ ਹੈ। ਉਹ ਇੱਕ ਜਿਹੜਾ ਸਾਡਾ ਸਮਾਜਿਕ ਹਾਂਜੀ ਫਰੇਮ ਬਣਿਆ, ਉਹ ਉਸ ਫਰੇਮ ਨੂੰ ਤੋੜਨ ਦੀ ਉਹਦੀ ਤਮੰਨਾ ਬਣਦੀ ਹੈ ਜਦੋਂ ਉਹਦੇ ਤੇ ਬਣ ਆਉਂਦੀ ਹੈ। ਅਦਰਵਾਈਜ਼ ਔਰਤ ਹਾਂ ਜਿਹੜੀ ਹੈ ਬਿਲਕੁਲ ਜੇਕਰ ਸੁਖੀ ਚੱਲ ਰਿਹਾ ਹੈ ਤਾਂ ਠੀਕ ਹੈ, ਬਟ ਜਦੋਂ ਉਹ ਤੋੜਨ ਦਾ ਯਤਨ ਕਰਦੀ ਹੈ ਤਾਂ ਫਿਰ ਉਹ ਕੋਈ ਨਾ ਕੋਈ ਰਸਤਾ ਅਪਣਾਉਂਦੀ ਹੈ। ਸਰਗੀ, ਆਪਾਂ ਛੋਟੀ ਜਿਹੀ ਥੋੜੀ ਹੋਈ ਬ੍ਰੇਕ ਲੈਣੀ, 2-4 ਮਿੰਟ ਲੱਗਣੇ ਨੇ, ਬਟ ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਚਾਹੁੰਦੀ ਹਾਂ ਕਿ ਕੀ ਜਿਹੜੀਆਂ ਰੁਕਾਵਟਾਂ ਔਰਤਾਂ ਲਈ ਨੇ ਸਾਡੇ ਸਮਾਜ ਦੇ ਵਿੱਚ, ਜਦੋਂ ਮਰਦ ਤੇ ਉਹ ਚੀਜ਼ ਬਣ ਆਉਂਦੀ ਹੈ, ਜਿਵੇਂ ਆਪਣੇ ਆਪਣੇ ਮਰਸੀਏ ਦੇ ਵਿੱਚ ਉਹ ਔਰਤ ਜਿਹੜੀ ਹੈ ਉਹ ਵਿਧਵਾ ਹੋ ਜਾਂਦੀ ਹੈ, ਉਹਦਾ ਬੱਚਾ ਚਲੇ ਜਾਂਦਾ ਹੈ, ਜਾਂ ਦੋਨਾਂ ਸਥਿਤੀਆਂ ਦੇ ਵਿੱਚ ਹੀ ਜੇ ਮਰਦ ਦੇ ਨਾਲ ਇਹੋ ਜਿਹੀ ਗੱਲ ਵਾਪਰੇ ਤਾਂ ਕੀ ਮਰਦ ਵੀ ਇੰਝ ਹੀ ਕਰਦਾ ਹੈ ਜਾਂ ਉਹਦੇ ਲਈ ਵੀ ਉਹੀ ਰੁਕਾਵਟਾਂ ਨੇ? ਨਹੀਂ, ਮੈਂ ਇਹ ਤੁਹਾਨੂੰ ਨਾ ਇਸ ਕਹਾਣੀ ਦੇ ਨਾਲ ਇੱਕ ਵਾਕਿਆ ਸੁਣਾਉਣੀ ਹੈ। ਇਹ ਮੈਂ ਕਹਾਣੀ ਕਿਤੇ ਪੜ੍ਹੀ ਸੀ, ਸ਼ਾਇਦ ਵਿਰਸਾ ਵਿਹਾਰ, ਤੇ ਮੈਨੂੰ ਫੋਨ ਆਇਆ। ਉਹ ਹੋਏਗੀ ਕੋਈ, ਮੈਨੂੰ ਲੱਗਦਾ 60-70 ਸਾਲ ਦੀ, 60-65 ਸਾਲ ਦੀ ਔਰਤ ਹੋਏਗੀ ਉਹ। ਤੇ ਮੈਨੂੰ ਕਹਿੰਦੇ ਕਿ ਮੈਂ ਮਤਲਬ ਚਲੋ ਉਹ ਹੈਗੀ ਤਾਂ ਮੇਰੀ ਪ੍ਰੇਜ਼ ਆ, ਪਰ ਮੈਨੂੰ ਦੱਸਣਾ ਪੈਣਾ ਉਸ ਗੱਲ ਸੁਣ। ਕਹਿੰਦੇ ਕਿ ਮੈਂ ਤੇਰੇ ਕੋਲ ਕਹਾਣੀ ਸੁਣ ਰਹੀ ਸੀ, ਮੈਂ ਸੋਚ ਰਹੀ ਸੀ ਵੀ ਕੁੜੀ ਨਿੱਕੀ ਜਿਹੀ ਲੱਗਦੀ ਹੈ, ਜੇ ਮੈਂ ਨਿੱਕੀ ਤਾਂ ਨਹੀਂ ਸੀ ਪਰ ਉਹਨਾਂ ਦੇ ਮੁਕਾਬਲੇ ਨਿੱਕੀ ਸੀਗੀ। ਤੇ ਗੱਲਾਂ ਬੜੀਆਂ ਵੱਡੀਆਂ, ਮਤਲਬ ਸਿਆਣੀਆਂ ਕਰ ਰਹੀ ਹੈ। ਮੈਂ ਤੇ ਮੈਨੂੰ ਖੁਸ਼ੀ ਵੀ ਹੋਈ ਕਿ ਪਹਿਲੀ ਵਾਰ ਮੈਨੂੰ ਕਿਸੇ ਨੇ ਸਿਆਣਾ ਕਿਹਾ ਹੈ। ਤੇ ਉਹ ਕਹਿੰਦੇ, ਮੈਂ ਕਿਹਾ ਤੁਹਾਨੂੰ ਮਾੜਾ ਨਹੀਂ ਲੱਗਾ? ਮੈਂ ਅਸਲ 'ਚ ਉਹਨਾਂ ਨੂੰ ਹੀ ਪੁੱਛਣਾ ਚਾਹੁੰਦੀ ਸੀ ਕਿ ਇਹ ਕਹਾਣੀ ਬਾਰੇ ਰਿਐਕਸ਼ਨ ਕੀ। ਮੈਂ ਕਿਹਾ ਤੁਹਾਨੂੰ ਮਾੜਾ ਨਹੀਂ ਲੱਗਾ ਕਿ ਇੱਕ ਔਰਤ ਹੈ, ਉਹਦਾ ਬੱਚਾ ਮਰ ਗਿਆ, ਉਹ ਇਸ ਤਰੀਕੇ ਦੇ ਨਾਲ, ਕਿਉਂਕਿ ਚਰਚਾ ਹੋਈ ਸੀ ਸਾਡੇ ਇਲਾਕੇ ਦੇ ਵਿੱਚ, ਤੁਹਾਡਾ ਵੀ ਇਲਾਕਾ ਹੋਈ, ਤਾਂ ਵੀ ਇਸ ਤਰੀਕੇ ਦੇ ਨਾਲ ਆਪਾਂ ਗੱਲ ਹੈ ਨਾ ਕਰ। ਕਹਿੰਦੀ, ਔਰ ਉਹਦਾ ਮੈਨੂੰ ਅੱਜ ਤੱਕ ਡਾਇਲੌਗ ਯਾਦ ਹੈ। ਕਹਿੰਦੀ ਜਦੋਂ ਕਿਸੇ ਔਰਤ ਦਾ ਬੰਦਾ ਮਰ ਜਾਂਦਾ, ਜਦੋਂ ਔਰਤ ਮਰ ਜਾਂਦੀ ਆ ਤੇ ਬੰਦਾ ਤੇ ਉਹਦਾ ਫੁੱਲ ਚੁਗਣ ਵੀ ਨਾਭੀ ਪੱਗ ਬੰਨ ਕੇ ਜਾਂਦਾ ਹੈ, ਤੇ ਫਿਰ ਏਡੀ ਕਿਹੜੀ ਗੱਲ ਆ, ਔਰਤ ਨੇ ਵੀ ਤੇ ਆਪਣੀ ਤਰ੍ਹਾਂ ਦਾ ਜੀਣਾ ਆ ਨਾ। ਤਾਂ ਫਿਰ ਮੈਨੂੰ ਲੱਗਾ ਕਿ ਵਾਕਈ ਜੇ ਇੱਕ 65 ਸਾਲ ਜਾਂ 70 ਸਾਲ ਦੀ ਔਰਤ ਇਸ ਕਹਾਣੀ ਬਾਰੇ ਇੰਝ ਸੋਚ ਰਹੀ ਹੈ, ਤਾਂ ਫਿਰ ਇਹ ਗੱਲ ਜਿਹੜੀ ਹੈ ਜੋ ਮੈਂ ਲਿਖ ਦਿੱਤੀ ਜਾਂ ਮੇਰੇ ਕੋਲ ਲਿਖੀ ਗਈ, ਤਾਂ ਇਹ ਵਾਕਿਆ ਗੱਲ ਜਿਹੜੀ ਹੈ ਠੀਕ, ਮਤਲਬ ਵੀ ਮੈਂ ਜੋ ਕਹਿਣਾ ਚਾਹ ਰਹੀ ਸੀ ਉਸ ਤਰੀਕੇ ਦੇ ਨਾਲ ਇੱਕ ਕਮਿਊਨੀਕੇਟ ਜਿਹੜੀ ਹੈ ਕਹਾਣੀ ਜਿਹੜੀ ਹੈ ਉਹ ਕਰ ਰਹੀ ਹੈਗੀ ਹੈ। ਹਾਂ ਬਿਲਕੁਲ, ਤੁਹਾਡੇ ਮਰਸੀਏ ਆਪਣੇ ਆਪਣੇ ਮਰਸੀਏ ਕਹਾਣੀ ਨੇ ਬਹੁਤ ਕੁਝ ਕਮਿਊਨੀਕੇਟ ਕੀਤਾ। ਗੱਲਬਾਤ ਆਪਾਂ ਜਾਰੀ ਰੱਖਾਂਗੇ ਸਰਗੀ, ਛੋਟੀ ਜਿਹੀ ਬ੍ਰੇਕ ਲੈਣੇ ਆ, ਤੇ ਬ੍ਰੇਕ ਤੋਂ ਬਾਅਦ ਫਿਰ ਅਸੀਂ ਬਣੇ ਰਹਾਂਗੇ ਪੰਜਾਬੀ ਨੈਸ਼ਨਲ ਟੀਵੀ ਨਾਲ, ਤੇ ਬਣੇ ਰਹਾਂਗੇ ਸਰਗੀ ਦੇ ਨਾਲ। ਸਰਗੀ, ਫਿਰ ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਤੁਸੀਂ ਸ਼ਾਮਲ ਹੋ ਰਹੇ ਹੋ ਪ੍ਰੋਗਰਾਮ ਗੱਲਬਾਤ ਵਿੱਚ। ਇੱਕ ਵਾਰੀ ਫਿਰ ਮੈਂ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ, ਤੇ ਅਸੀਂ ਫਿਰ ਮੁੜਦੇ ਹਾਂ ਗੱਲਬਾਤ ਕਰਨ ਲਈ ਸਰਗੀ ਦੇ ਨਾਲ। ਸਰਗੀ, ਗੱਲਬਾਤ ਅਸੀਂ ਕਰ ਰਹੇ ਹਾਂ ਔਰਤ ਦੀ ਮਨੋਸਥਿਤੀ, ਗੱਲਬਾਤ ਕਰ ਰਹੇ ਹਾਂ ਅਸੀਂ ਉਹਨਾਂ ਸਮਾਜਿਕ ਪਾੜਿਆਂ ਦੀ ਜਿਹੜੇ ਕਿ ਮਰਦ ਤੇ ਔਰਤ ਲਈ ਵੱਖੋ ਵੱਖਰੀਆਂ ਕੀਮਤਾਂ, ਵੈਲਿਊਜ਼ ਜਿਹੜੀਆਂ ਨੇ ਜਾਂ ਰੌ ਰੀਤਾਂ ਨੇ ਉਹ ਸਥਾਪਿਤ ਕਰਦੇ ਨੇ ਜਾਂ ਕਿ ਕਰ ਚੁੱਕੇ ਨੇ। ਪਰ ਔਰਤ ਉਹਦੇ ਵਿੱਚੋਂ ਬਾਹਰ ਨਿਕਲ ਕੇ
ਆਪਣੇ ਲਈ ਨਵੀਆਂ ਕਦਰਾਂ ਕੀਮਤਾਂ ਸਥਾਪਿਤ ਕਰਨ ਵੱਲ ਹਮੇਸ਼ਾ ਉਲਰਦੀ ਰਹੀ ਹੈ ਤੇ ਕਰਦੀ ਵੀ ਰਹੀ ਹੈ। ਸਰਗੀਤ, ਤੁਸੀਂ ਇੱਕ ਬੀਇੰਗ ਵਿਮਨ, ਇੱਕ ਔਰਤ ਨੂੰ ਚਿਤਰਿਆ। ਤੁਸੀਂ PhD ਦੇ ਵਿੱਚ ਵੀ ਪੜ੍ਹੀਆਂ ਬਹੁਤ ਕਹਾਣੀਆਂ, ਤੁਸੀਂ ਕਿਤਾਬਾਂ ਦੇ ਵੀ ਸ਼ੌਕੀਨ ਹੋ। ਜਦੋਂ ਇੱਕ ਮਰਦ ਕਿਸੇ ਔਰਤ ਦੀ ਮਨੋਸਥਿਤੀ ਨੂੰ ਚਿੱਤਰਦਾ ਤਾਂ ਕੀ ਉਹ ਔਰਤ ਦੇ ਮਨ ਦੀ ਉਹ ਥਾਂ ਪਾ ਸਕਦਾ ਜੋ ਤੁਸੀਂ ਪਾਈ? ਮੈਨੂੰ ਐ ਲੱਗਦਾ ਆ ਕਿ ਜੇ ਮੈਂ ਆਪਣੇ ਵੱਲ ਵੇਖਾਂ ਜਾਂ ਮੈਂ ਹੋਰ ਜਿਹੜੇ ਉਂਝ ਤੇ ਲੇਖਕ ਜੈਂਡਰ ਜਿਹੜਾ ਮੰਨਫੀ ਹੋ ਜਾਣਾ ਚਾਹੀਦਾ ਜਿਹੜਾ ਲੇਖਕ ਹੁੰਦਾ ਆ, ਕਿਉਂਕਿ ਲੇਖਕ ਜਿਹੜਾ ਹੈ ਉਹਦੇ ਕੋਲ ਇੱਕ ਉਹ ਅੱਖ ਹੁੰਦੀ ਹੈ। ਲੇਖਕ ਜਿਵੇਂ ਫਰਾਇਡ ਕਹਿੰਦਾ ਆ ਕਿ ਲੇਖਕ ਉਹ ਹੀ ਬਣਦਾ ਆ ਜਿਹਦਾ ਸਬਕੌਨਸ਼ੀਅਸ ਜਿਹੜਾ ਹੈ ਉਹ ਕ੍ਰੀਏਟਿਵ ਹੁੰਦਾ ਹੈ ਨਾ, ਤੇ ਅਨਕੌਨਸ਼ੀਅਸ ਜਿਹੜਾ ਉਹ ਕ੍ਰੀਏਟਿਵ ਹੁੰਦਾ। ਤਾਂ ਉਹਦੇ ਵਿੱਚ ਇੱਕ ਮਰਦ ਵੀ ਔਰਤ ਦੀ ਵਾਕਿਆ ਥਾਂ ਪਾ ਸਕਦਾ ਆ, ਇਹ ਕੋਈ ਵੱਡੀ ਗੱਲ ਨਹੀਂ ਹੈ। ਮੈਂ ਬਹੁਤ ਸਾਰੇ ਮਰਦ ਲੇਖਕ ਈਵਨ ਪੰਜਾਬੀ ਦੇ ਵੇਖੇ ਆ ਜਿਹੜਾ ਉਹਨੇ ਬਹੁਤ ਸੋਹਣੀਆਂ ਕਹਾਣੀਆਂ ਔਰਤ ਦੀ ਦੀ ਸਾਈਕੋਲੋਜੀ ਬਾਰੇ ਦਿੱਤੀਆਂ ਆ। ਇਹਨਾਂ ਦੇ ਵਿੱਚੋਂ ਪ੍ਰੇਮ ਪ੍ਰਕਾਸ਼ ਹੋਰਾਂ ਦਾ ਨਾਮ, ਦਲਬੀਰ ਚੇਤਨ ਦਾ ਨਾਮ, ਜਸਬੀਰ ਭੁੱਲਰ ਹੋਣਾ ਦਾ ਨਾਮ ਜਿਹੜਾ ਹੈ ਲਿਆ ਜਾ ਸਕਦਾ ਹੈ। ਸਾਡੇ ਅੱਜ ਦੇ ਜਿਹੜੇ ਸਮਕਾਲੀ ਕਹਾਣੀਕਾਰ ਨੇ, ਜਤਿੰਦਰ ਹਾਸ ਹੋਣਾ ਦਾ ਨਾਮ ਜਿਹੜਾ ਹੈ ਲਿਆ ਜਾ ਸਕਦਾ ਹੈ। ਅਜਮੇਰ ਸਿੱਧੂ ਹੋਣਾ ਦਾ ਨਾਮ ਜਿਹੜਾ ਹੈ ਲਿਆ ਜਾ ਸਕਦਾ ਹੈ। ਗੁਰਮੀਤ ਕੜਿਆਲਵੀ ਹੋਣਾ ਨੇ ਵੀ ਸੋਹਣੀਆਂ ਕਹਾਣੀਆਂ ਜਿਹੜੀਆਂ ਉਹ ਦਿੱਤੀਆਂ ਹੈਗੀਆਂ ਔਰਤ ਦੇ ਐਂਗਲ ਤੋਂ। ਤਾਂ ਉਹ ਇੱਕ ਮਤਲਬ ਚੀਜ਼ਾਂ ਨੂੰ ਪਕੜਨ ਦੀ ਜਿਹੜੀ ਸਮਰੱਥਾ ਆ ਨਾ, ਜੇ ਤੇ ਉਹ ਵਾਲੀ ਅੱਖ ਹੋਏਗੀ। ਕਈ ਮੈਂ ਲੇਖਕ ਵੇਖੇ ਸਾਡੇ ਕਿ ਉਹ ਔਰਤ ਪਾਤਰਾਂ ਨੂੰ ਨਹੀਂ ਬਹੁਤਾ ਚਿੱਤਰਦੇ, ਤਾਂ ਉਹਨਾਂ ਦੀਆਂ ਦੂਜੀਆਂ ਕਹਾਣੀਆਂ ਬਹੁਤ ਸੋਹਣੀਆਂ ਹੈਗੀਆਂ। ਇਸੇ ਤਰ੍ਹਾਂ ਕਿਰਪਾਲ ਕਜ਼ਾਕਪੁਰਾ ਦੀ ਇੱਕ ਕਹਾਣੀ ਹੈਗੀ ਹੈ ਪਾਣੀ ਦੀ ਕੰਧ, ਉਹ ਬਹੁਤ ਕਮਾਲ ਦੀ ਕਹਾਣੀ ਹੈ। ਜਿਹੜਾ ਉਹਨਾਂ ਨੇ ਔਰਤ ਦੀ ਸਾਈਕੀ ਨੂੰ ਪਕੜਿਆ ਹੈਗਾ ਹੈ, ਉਹ ਬਹੁਤ ਸੋਹਣੀ ਤਰੀਕੇ ਦੇ ਨਾਲ ਪਕੜਿਆ ਹੈ। ਤਾਂ ਮੈਨੂੰ ਲੱਗਦਾ ਆ ਕਿ ਇਹ ਇੱਕ ਸਮਰੱਥਾ ਜਿਹੜੀ ਹੈ ਉਹ ਲੇਖਕ ਕੋਲ ਹੁੰਦੀ ਹੈ। ਇਸੇ ਤਰ੍ਹਾਂ ਔਰਤ ਜਿਹੜੀ ਹੈਗੀ ਹੈ ਉਹ ਜਿਵੇਂ ਕਹਿ ਦਿੱਤਾ ਜਾਂਦਾ ਆ ਕਿ ਦਲਿਤ ਲੋਕ ਜਿਹੜੇ ਆ ਉਹ ਦਲਿਤਾਂ ਨੂੰ ਜ਼ਿਆਦਾ ਤਰੀਕੇ ਨਾਲ ਚਿੱਤਰ ਸਕਦੇ ਆ, ਪਰ ਮੈਨੂੰ ਲੱਗਦਾ ਆ ਕਿ ਜਿਹੜੇ ਲੇਖਕ ਹੁੰਦੇ ਆ ਉਹਨਾਂ ਕੋਲ ਸੰਵੇਦਨਾ ਹੁੰਦੀ ਹੈ ਤੇ ਸੰਵੇਦਨਸ਼ੀਲਤਾ ਵਿੱਚ ਸਾਰੇ ਹੀ ਹੁੰਦੇ ਆ, ਪਰ ਉਹਨਾਂ ਦਾ ਜਿਹੜਾ ਕ੍ਰੀਏਟਿਵ ਹੁੰਦਾ ਨਾ ਅਨਕੌਨਸ਼ੀਅਸ ਦੇ ਵਿੱਚ, ਤੇ ਉਹ ਫਿਰ ਬੈਠ ਜਾਂਦੇ ਉਧਰ ਨੂੰ, ਉਹਦਾ ਖੁਰਾ ਨੱਪਣ ਲੱਗ ਪੈਂਦਾ ਕਿ ਆਹ ਗੱਲ ਜਿਹੜੀ ਵਾਪਰ ਰਹੀ ਹੈ ਤਾਂ ਰੀਜ਼ਨ ਕੀ ਹੈ। ਤੇ ਉਹ ਜਿਹੜੀ ਪੈੜ ਨੱਪਣੀ ਜਿਹੜੀ ਹੈ ਨਾ, ਜੇ ਢੰਗ ਨਾਲ ਨੱਪਣੀ, ਭਾਵੇਂ ਔਰਤ ਨੂੰ ਆ ਜਾਏ, ਔਰਤ ਲੇਖਕ ਨੂੰ ਆ ਜਾਏ ਤੇ ਭਾਵੇਂ ਮਰਦ ਲੇਖਕ ਨੂੰ ਆ ਜਾਏ, ਤਾਂ ਫਿਰ ਉਹਦੀ ਨਬਜ ਉਹਦੇ ਮਰਜ਼ ਤੱਕ ਪਹੁੰਚਿਆ ਜਾ ਸਕਦਾ ਹੈ। ਤੇ ਜੇ ਨਹੀਂ ਨੱਪਣੀ ਆਉਂਦੀ ਫਿਰ ਭਾਵੇਂ ਮਰਦ ਦੀਆਂ ਕਹਾਣੀਆਂ ਵੀ ਲਿਖੇ ਤਾਂ ਵੀ ਗੱਲ ਨਹੀਂ ਬਣਦੀ, ਤੇ ਔਰਤ ਦੀਆਂ ਕਹਾਣੀਆਂ ਵੀ ਲਿਖੀ ਜਾਵੇ ਤਾਂ ਵੀ ਗੱਲ ਨਹੀਂ ਬਣਦੀ ਹੈ। ਤੇ ਉਹ ਗੱਲ ਹੈ ਵੀ ਅਸਾਂ ਤੇਰੀ ਨਬਜ ਵੇਖੀ ਤੈਨੂੰ ਮਰਜ਼ਾਂ ਇਸ਼ਕ ਦੀਆਂ, ਤੇ ਉਹ ਮਰਜ਼ ਜਿਹੜੀ ਹੈ ਉਹ ਕਿ ਇੱਥੇ ਇਸ਼ਕ ਦੀ ਮਰਜ਼ ਨਹੀਂ, ਕਿਸੇ ਤਰ੍ਹਾਂ ਦੀ ਵੀ ਮਰਜ਼ ਜਿਹੜੀ ਹੈਗੀ ਹੈ ਉਹ ਲੱਭਣੀ ਆ ਜੇ, ਤਾਂ ਫਿਰ ਭਾਵੇਂ ਔਰਤ ਕਹਾਣੀਕਾਰ ਜਿਹੜੀ ਹੈ ਔਰਤ ਮਰਦ ਬਾਰੇ ਲਿਖੇ ਤਾਂ ਵੀ ਬਹੁਤ ਸੋਹਣਾ ਲਿਖੇਗੀ, ਤੇ ਜਦ ਮਰਦ ਕਹਾਣੀਕਾਰ ਔਰਤ ਬਾਰੇ ਗੱਲ ਕਰੇ ਤਾਂ ਵੀ ਬਹੁਤ ਸੋਹਣਾ ਕਰੇਗੀ। ਮੈਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਦੇ ਨਾਲ ਹੁੰਦਾ ਆ। ਜਿਵੇਂ ਤ੍ਰਿਪਤਾ ਕੇਸ ਸਿੰਘ ਹੋਰਾਂ ਨੇ ਮਰਦ ਦੇ ਬਿਹੇਵ ਨੂੰ ਬਹੁਤ ਸੋਹਣੇ ਤਰੀਕੇ ਨਾਲ ਚਿਤਰਿਆ ਹੈ ਆਪਣੀਆਂ ਕਹਾਣੀਆਂ ਦੇ ਵਿੱਚ। ਇਸੇ ਤਰ੍ਹਾਂ ਦੀਪਤੀ ਬਬੂਟਾ ਨੇ ਬਹੁਤ ਸੋਹਣਾ ਚਿਤਰਿਆ। ਤਾਂ ਇਹ ਸਾਰਾ ਕੁਝ ਚੱਲਦਾ ਰਹਿੰਦਾ ਹੈਗਾ, ਮਤਲਬ ਕਿ ਤੁਹਾਨੂੰ ਨਬਜ ਫੜਨੀ ਆਉਣੀ ਚਾਹੀਦੀ ਹੈ ਤੇ ਮਰਜ਼ ਲੱਭਣਾ ਆਉਣਾ ਚਾਹੀਦਾ। ਬਿਲਕੁਲ ਜੀ। ਲੇਖਕ ਜਿਹੜਾ ਹੈ ਉਹ ਸਮਾਜ ਦੀ ਨਬਜ਼ ਪਕੜਨ ਵਾਲਾ ਡਾਕਟਰ ਹੈ। ਹਾਂਜੀ, ਇਹ ਗੱਲ ਆਪਾਂ ਨੂੰ ਕਬੂਲ ਕਰਨੀ ਪਊਗੀ, ਮੰਨਣੀ ਪਊਗੀ। ਤੇ ਸਰ ਜੀ, ਮੈਂ ਇਹ ਤੁਹਾਡਾ ਇਹ ਗੱਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਇੱਕ ਨੌਜਵਾਨ ਲੇਖਕ ਹੋ, ਤੁਸੀਂ ਕਾਲਜ ਦੇ ਵਿੱਚ ਪ੍ਰੋਫੈਸਰ ਹੋ, ਤੁਸੀਂ ਵਿਚਰਦੇ ਹੋ ਆਪਣੇ ਸਮਾਜ ਦੇ ਵਿੱਚ, ਤੇ ਇਸ ਵਿਚਰਨ ਦੇ ਸਮੇਂ ਔਰਤ ਤੇ ਮਰਦ ਦਾ ਰਿਸ਼ਤਾ ਜਿਹੜਾ ਸਾਡਾ ਸਮਾਜ ਦੇ ਵਿੱਚ ਹੈ, ਮੈਂ ਆਪਣੇ ਬੈਕ ਹੋਮ ਪੰਜਾਬ ਦੀ ਗੱਲ ਕਰੂੰਗੀ, ਸਾਡੇ ਸਮਾਜ ਦੇ ਵਿੱਚ ਔਰਤ ਤੇ ਮਰਦ ਦੇ ਜਿਹੜੇ ਕਹ ਲੋ ਕਿ ਸਬੰਧ ਹੈ, ਉਹਨਾਂ ਦਾ ਆਪਸ ਦੇ ਵਿੱਚ ਵਿਚਰਨਾ ਹੈ, ਉਹ ਕਿੰਨਾ ਕੁ ਤੁਹਾਨੂੰ ਲੱਗਦਾ ਹੈ ਕਿ ਬਿਲਕੁਲ ਸਹੀ ਹੈ, ਜਾਂ ਕਿਤੇ ਨਾ ਕਿਤੇ
ਦੂਸਰੇ ਨੂੰ ਠਿੱਬੀ ਲਾਉਣ ਦਾ ਯਤਨ ਕਰਦਾ ਹੈ। ਭਾਵ ਕਿ ਔਰਤਾਂ ਦੀ ਸਥਿਤੀ ਬਾਰੇ ਤੁਸੀਂ ਸੰਤੁਸ਼ਟ ਹੋ? ਮੈਂ ਇਹ ਨਾ ਇੱਕ ਵਾਰੀ ਨਾ ਗੱਲ ਕੀ ਹੋ ਰਹੀ ਸੀ, ਮੇਰੇ ਫਾਦਰ ਜਿਉਂਦੇ ਸੀ ਉਦੋਂ, ਤਾਂ ਇਹ ਕੋਈ ਗੱਲ ਕਰ ਰਿਹਾ ਕਿ ਉਹਦਾ ਡਿਵੋਰਸ ਹੋ ਗਿਆ ਹੈਨਾ, ਤੇ ਮੈਂ ਅਨਮੈਰਿਡ ਸੀ ਉਦੋਂ, ਤਾਂ ਮੈਂ ਕਿਹਾ ਉਹ ਇੰਟੈਲੈਕਚੁਅਲ ਔਰਤ ਸੀ, ਉਹਦਾ ਡਿਵੋਰਸ ਤੇ ਹੋਣਾ ਹੀ ਸੀਗਾ। ਤੇ ਗੱਲ ਮੈਂ ਪਤਾ ਨਹੀਂ ਕਿਵੇਂ ਕਹਿਤੀ ਹੈ ਨਾ, ਆਪਾਂ ਉਦੋਂ ਬਹੁਤਾ ਸੋਚੀਦਾ ਨਹੀਂ ਜਦੋਂ ਗੱਲ ਕਰੀਦੀ ਹੈ ਕਿ ਇੰਟੈਲੈਕਚੁਅਲ ਔਰਤ ਮਰਦ ਕੋ ਬਰਦਾਸ਼ਤ ਨਹੀਂ ਹੁੰਦੀ। ਹੁਣ ਜਿਹੜਾ ਠਿੱਬੀ ਲਾਉਣ ਵਾਲਾ ਯਤਨ ਹੈਗਾ ਆ, ਮੈਂ ਆਪਣੇ ਵਿਦਿਅਕ ਅਦਾਰਿਆਂ ਦੇ ਵਿੱਚ ਵੇਖਾਂ ਤਾਂ ਖੂਬ ਠਿੱਬੀਆਂ ਲੱਗਦੀਆਂ। ਜਦੋਂ ਤੁਸੀਂ ਆਪਣੀ ਐਗਜ਼ਿਸਟੈਂਸ ਨਾਲ ਤੁਰਦੇ ਹੋ ਤਾਂ ਤੁਹਾਨੂੰ ਰੋਂਦ ਦੇਣਾ ਚਾਹੁੰਦੇ ਨੇ। ਉਹ ਜਿਵੇਂ ਅਜੀਤ ਕੌਰ ਦੀ ਕਹਾਣੀ ਹੈਗੀ ਹੈ, ਤਾਂ ਉਹ ਬੁੱਤ ਸ਼ਿਕਨ ਕਹਾਣੀ ਹੈ, ਔਰ ਮੈਂ ਉਹ ਕਹਾਣੀ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਆ, ਮੈਂ ਇਹ ਨਹੀਂ ਕਹਿੰਦੇ ਕਿ ਅਸੀਂ ਬਹੁਤ ਇੰਟੈਲੈਕਚੁਅਲ ਹੈ, ਐ ਨਹੀਂ ਮੈਂ ਗੱਲ ਕਰਦੀ, ਕਿ ਜਿਹੜੀ ਵੀ ਔਰਤ ਆਪਣੇ ਸਵੈਮਾਨ ਨਾਲ, ਆਪਣੀ ਹੋਂਦ ਨਾਲ ਜੀਣਾ ਚਾਹੁੰਦੀ ਹੈ, ਉਹਨੂੰ ਠਿੱਬੀਆਂ ਲੱਗਦੀਆਂ। ਔਰ ਉਹ ਭਾਵੇਂ ਵਿਦਿਅਕ ਅਦਾਰਾ ਹੋਵੇ, ਉਹ ਭਾਵੇਂ ਉਂਝ ਆਪਣੇ ਸੋਸ਼ਲ ਐਸਪੈਕਟ 'ਚ ਵਿਚਰ ਰਹੀ ਹੋਵੇ, ਤਾਂ ਉਹ ਜਿਹੜਾ ਹੈਗਾ ਆ ਉਹ ਤੁਹਾਨੂੰ, ਮਤਲਬ ਮੈਂ ਜੇ ਆਪਣੇ ਇੱਥੇ ਭਾਵੇਂ ਥੋੜਾ ਜਿਹਾ ਕਿਸੇ ਨੂੰ ਇਹ ਗੱਲ ਅਜੀਬ ਵੀ ਲੱਗੇਗੀ, ਜਦੋਂ ਤੱਕ ਇੱਕ ਔਰਤ ਦਾ ਔਰਤ ਨਾਲ ਤੁਲਨਾ ਕੀਤੀ ਜਾਂਦੀ ਨਾ, ਕੰਪੈਰੀਜ਼ਨ, ਕਿ ਨਾਰੀ ਲੇਖਕ ਆ, ਇਹ ਇਸ ਤਰ੍ਹਾਂ ਆ, ਤਾਂ ਉਹ ਤੁਹਾਨੂੰ ਮਰਦ ਜਿਹੜੇ ਲੇਖਕ ਹੈ, ਜੇ ਆਪਾਂ ਘਰ ਦੇ ਪੰਜਾਬੀ 'ਚ ਇੰਝ ਹੁੰਦਾ, ਹੋ ਸਕਦਾ ਮੈਂ ਦੂਜੀਆਂ ਭਾਸ਼ਾਵਾਂ 'ਚ ਨਾ ਹੁੰਦਾ ਹੋਵੇ, ਤਾਂ ਉਹ ਤੁਹਾਨੂੰ ਜਦੋਂ ਤੁਹਾਡੀ ਕਹਾਣੀਆਂ ਪਹਿਲੀਆਂ ਛਪਦੀਆਂ, ਤੁਹਾਨੂੰ ਫੋਨ ਵੀ ਕਰਦੇ ਆ, ਤੁਹਾਨੂੰ ਦੱਸਦੇ ਵੀ ਆ ਕਿ ਹਾਂ ਤੁਸੀਂ ਚੰਗੀ ਕਹਾਣੀ ਲਿਖੀ ਆ, ਪ੍ਰੇਜ਼ ਕਰਦੇ ਆ। ਜਦੋਂ ਉਹਨਾਂ ਨੂੰ ਲੱਗਦਾ ਆ ਕਿ ਇਹ ਔਰਤ ਸਾਡੀ ਧਿਰ ਬਣ ਗਈ, ਤਾਂ ਉਦੋਂ ਨਾ ਉਹਨਾਂ ਨੂੰ ਵੱਖਰਾ ਜਿਹਾ ਇੱਕ ਅਹਿਸਾਸ ਚੋਂ ਉਹ, ਫਿਰ ਜਦੋਂ ਤੁਹਾਡੀ ਕੋਈ ਕਹਾਣੀ ਛਪਦੀ, ਉਹ ਤੁਹਾਨੂੰ ਮੈਸੇਜ ਨਹੀਂ ਕਰਦੇ, ਤਾਂ ਫਿਰ ਐਂ ਲੱਗਦਾ ਆ ਕਿ ਉਹ ਤੇ ਫਿਰ ਉਹ ਪਿੱਛੇ ਠਿੱਬੀਆਂ ਵੀ ਲਾਉਂਦੇ ਆ, ਫਿਰ ਉਹ ਪਤਾ ਨਹੀਂ ਕੀ ਕੁਝ ਕਰਦੇ ਆ। ਤੇ ਜੇ ਕਿਸੇ ਔਰਤ ਨੂੰ ਇਨਾਮ ਸ਼ਨਾਮ ਮਿਲਦੇ ਤੇ ਉਹਦੇ ਬਾਰੇ ਵੀ ਉਹ ਗੱਲਾਂ ਜਿਹੜੀਆਂ ਉਹ ਕਰਦੇ ਹੈਗੇ ਆ। ਤਾਂ ਇਹ ਸਾਰਾ ਕੁਝ ਸਾਡੇ ਇਹ ਉਹਨਾਂ ਦਾ ਵੀ ਕਸੂਰ ਨਹੀਂ ਹੈਗਾ, ਸਾਡੇ ਕਲਚਰ ਨੇ ਇਹ ਨਹੀਂ ਸਿੱਖਿਆ, ਸਾਡੇ ਕਲਚਰ 'ਚ ਇਹ ਨਹੀਂ ਹੈਗਾ। ਬਾਬਾ ਨਾਨਕ ਕਹਿ ਗਏ ਸੀ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਪਰ ਅੱਜ ਵੀ ਮੈਂ ਇਹ ਕਹਿੰਦੀ ਹਾਂ ਕਿ ਜਿਹੜੀਆਂ ਔਰਤਾਂ, ਜੇ ਮੈਂ ਵਿਦਿਅਕ ਅਦਾਰੇ 'ਚ ਵੀ ਵੇਖਿਆ ਕਿ ਜਿਹੜੀਆਂ ਔਰਤਾਂ ਉਹਨਾਂ ਨੂੰ ਜੀ ਕਰਦੀਆਂ ਤੇ ਉਹਨਾਂ ਨੂੰ ਚੰਗੀਆਂ ਲੱਗਦੀਆਂ, ਜਿਹੜੀਆਂ ਔਰਤਾਂ ਆਪਣੀ ਐਗਜ਼ਿਸਟੈਂਸ ਨਾਲ ਜੀਂਦੀਆਂ ਤਾਂ ਉਹਨਾਂ ਨੂੰ ਮਾੜੀਆਂ ਲੱਗਦੀਆਂ। ਉਹ ਫਿਰ ਵੱਖਰੇ ਤਰੀਕੇ ਲੱਭਦੇ ਰਹਿੰਦੇ ਆ ਕਿ ਇਹਨਾਂ ਨੂੰ ਲੈਟ ਡਾਊਨ ਕਿਵੇਂ ਕਰਨਾ, ਤਾਂ ਉਹ ਕਰਦੇ ਵੀ ਹੈਗੇ ਆ। ਤਾਂ ਇਹ ਸਾਰਾ ਕੁਝ ਜਿਹੜਾ ਹੈ, ਉਹਦੀ ਉਦਾਹਰਨ ਉਹ ਕਹਾਣੀ ਅਜੀਤ ਕੌਰ ਹੁਣਾਂ ਦੀ ਬੁੱਤ ਸ਼ਿਕਨ, ਇਸ ਤੋਂ ਵੱਡੀ ਉਦਾਹਰਨ ਜਿਹੜੀ ਉਹ ਨਹੀਂ ਹੋ ਸਕਦੀ। ਤਾਂ ਇਹ ਸਾਰਾ ਕੁਝ ਵਰਤਾਰਾ ਮੈਂ ਜਿਹੜਾ ਹੈ ਉਹ ਵੇਖਿਆ ਹੈਗਾ ਆ। ਮੈਂ ਆਪਣੇ ਘਰ ਦੇ ਵਿੱਚ ਨਹੀਂ ਇਸ ਤਰ੍ਹਾਂ ਦਾ ਕੁਝ ਵੀ ਵੇਖਿਆ, ਪਰ ਮੈਂ ਆਪਣੇ ਜਿਹੜਾ ਸਾਡਾ ਲੇਖਕ ਭਾਈਚਾਰਾ ਹੈਗਾ ਜਾਂ ਸਾਡੇ ਜਿਹੜੇ ਵਿਦਿਅਕ ਅਦਾਰੇ ਹੈਗੇ ਉਹਨਾਂ ਦੇ ਵਿੱਚ ਵੇਖਿਆ ਹੈ। ਵਿਦਿਅਕ ਅਦਾਰੇ ਹੈ ਕਿ ਜਿੰਨਾ 'ਚ ਤੁਸੀਂ ਕੰਮ ਕਰਦੇ, ਬਾਕੀ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਮਿਲਦੇ ਹੈਗੇ ਆ, ਤੇ ਉਹ ਅਸੀਂ ਸੋਚ ਦਿੰਦੇ ਹਾਂ ਵੀ ਜੇ ਅਸੀਂ ਇਹਨਾਂ ਦੇ ਵੀ ਕਲੀਗ ਹੋਈਏ ਤਾਂ ਕੀ ਪਤਾ ਸਾਡੇ ਨਾਲ ਫਿਰ ਇਹ ਵੀ ਇਸ ਤਰ੍ਹਾਂ ਹੀ ਕਰਨ। ਤਾਂ ਇਹ ਸਾਰਾ ਕੁਝ ਜਿਹੜਾ ਹੈ ਉਹ ਚੱਲਦਾ ਰਹਿੰਦਾ। ਹਾਂਜੀ, ਤੁਸੀਂ ਕਿਸੇ ਇਸ ਵਿਸ਼ੇ ਦੇ ਵੀ ਕੋਈ ਕਹਾਣੀ ਸਰਗੀ ਲਿਖੀ ਹੈ, ਕਿ ਜਾਂ ਤੁਸੀਂ ਇਹਨਾਂ ਤੋਂ ਇਲਾਵਾ ਹੋਰ ਕਿਹੜੇ ਵਿਸ਼ੇ ਨੇ ਜਿਹੜੇ ਤੁਸੀਂ ਆਪਣੇ ਮਰਸੀਏ ਕਿਤਾਬ ਦੇ ਵਿੱਚ ਕਹਾਣੀਆਂ ਲਿਖੀਆਂ ਨੇ ਜਿਨ੍ਹਾਂ ਦੇ ਉੱਪਰ ਤੁਹਾਨੂੰ ਢਾਹਾਂ ਪੁਰਸਕਾਰ ਮਿਲਿਆ? ਸੋ ਕਹਾਣੀਆਂ ਦੇ ਵਿੱਚ ਕੁਝ ਵਿਲੱਖਣਤਾ ਤਾਂ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਤੇ ਤੁਸੀਂ ਹੋਰ ਕਿਹੜੇ ਵਿਸ਼ੇ ਜਿਹੜੇ ਨੇ ਉਹ ਲੈ ਕੇ ਕਹਾਣੀਆਂ? ਹਾਂਜੀ, ਮੈਂ ਜਿਵੇਂ ਵਿਦਿਅਕ ਅਦਾਰਿਆਂ ਦੇ ਨਾਲ ਸੰਬੰਧਿਤ ਜਿਹੜੀ ਇੱਕ ਕਹਾਣੀ ਹੈ ਰਬਾਬੀ, ਤਾਂ ਉਹ ਔਰਤ ਨਾਲ ਸੰਬੰਧਿਤ ਦਾ ਮਸਲਾ ਨਹੀਂ, ਥੋੜਾ ਜਿਹਾ ਔਰਤ ਦੀ ਸ਼ੇਡਸ ਵੀ ਆਉਂਦੀਆਂ ਹੈ ਉਹਦੇ ਵਿੱਚ ਕਿ ਔਰਤ ਅਧਿਆਪਕਾਂ ਨਾਲ ਉੱਥੇ ਕਿਵੇਂ ਕੀ ਹੋ ਰਿਹਾ, ਤਾਂ ਉਹ ਸ਼ੇਡ ਜਿਹੜੀ ਹੈ ਇੱਕ ਦਿੱਤੀ ਹੈਗੀ ਹੈ ਕਿ ਉਹ ਬੰਦਾ ਆਪਣੇ ਆਪ ਨੂੰ ਮਰਦਾਨਾ ਸਮਝ ਰਿਹਾ ਹੈ, ਔਰ ਉਹ ਧਾਰਮਿਕ ਇੰਸਟੀਚਿਊਟ ਆ, ਉਹ ਕਹਿੰਦੇ ਆ ਕਿ ਤੂੰ ਨੱਠ ਲਈਦਾ, ਤੈਨੂੰ ਗੁਰੂ ਵਾਲੇ ਬਣਨਾ ਪੈਣਾ, ਤਾਂ ਉਹ ਕਹਿੰਦਾ ਮੈਂ ਤੇ ਗੁਰੂ ਹੀ ਹਾਂ। ਉਹ ਇਸ ਤਰ੍ਹਾਂ ਜਿਹੜਾ ਇਹ ਡਾਇਲੋਗ ਕਰਦਾ ਹੈਗਾ। ਤਾਂ ਉਹ ਰਬਾਬੀ ਕਹਾਣੀ ਜਿਹੜੀ ਹੈ
ਉਹ ਕਾਫੀ ਲੋਕਾਂ ਵੱਲੋਂ ਸੁਲਾਈ ਗਈ ਸੀ। ਉਹਦੇ ਵਿੱਚ ਧਾਰਮਿਕ ਜਿਹੜੇ ਸਾਡੇ ਮਤਲਬ ਕਿ ਸਾਡੇ ਨਾਨਕ ਦੇਵ ਜੀ ਤਾਂ ਕੁਝ ਹੋਰ ਕਹਿ ਰਹੇ ਸੀਗਾ, ਤੇ ਸਾਡੇ ਇੱਥੇ ਵਰਤਾਰਾ ਕੁਝ ਹੋਰ ਵਾਪਰਿਆ, ਤਾਂ ਬੰਦਾ ਜਿਹੜਾ ਬਹੁਤ ਹੈਰਾਨ ਹੁੰਦਾ ਹੈ। ਤਾਂ ਉਹ ਜਦੋਂ ਜਾਂਦਾ ਹੈ ਉਹਨਾਂ ਦੇ ਮਤਲਬ ਉਹ ਕਹਿੰਦਾ ਹੈ ਕਿ ਬਾਬਾ ਨਾਨਕ ਤੂੰ ਤੇ ਜਿਸ ਚੀਜ਼ ਨੂੰ ਕਿਹਾ ਸੀ ਕਿ ਤੂੰ ਸੁੱਟ ਘੱਤ, ਇਹ ਤਾਂ ਮੈਂ ਜਿਹੜੇ ਵੀ ਗੁਰਦੁਆਰੇ ਜਾਣਾ ਆ ਸਭ ਤੋਂ ਪਹਿਲਾਂ ਮੈਨੂੰ ਦਿਸਦੀ ਉਹੀ ਹੈ, ਗੋਲਕ ਦਾ ਸਿੰਬਲ ਬਣਾ ਕੇ ਗੱਲ ਕੀਤੀ ਹੈਗੀ ਹੈ। ਤਾਂ ਇਸ ਤਰ੍ਹਾਂ ਦਾ ਉਹਦੇ ਵਿੱਚ ਵਿਦਿਅਕ ਅਦਾਰੇ ਦੀ ਕਾਫੀ ਗੱਲ ਕੀਤੀ ਹੈ। ਤਾਂ ਇੱਕ ਕਹਾਣੀ ਹੈ ਬਰਸੇ ਮੇਘ, ਉਹਦੇ ਵਿੱਚ ਵੀ ਹੈਗੇ ਔਰਤ ਮਰਦ ਦੇ ਸੰਬੰਧ ਵੀ ਦੱਸਦੀ ਹੈ, ਪਰ ਉਹ ਇੱਕ ਇੰਟੈਲੈਕਚੁਅਲ ਕੁੜੀ ਹੈ, PhD ਕਰ ਰਹੀ ਹੈ। ਉਹ ਉਹਦਾ ਆਪਣੇ ਜਿਹੜੇ ਪ੍ਰੋਫੈਸਰ ਹੈ ਉਹਦੇ ਨਾਲ ਕਿਸ ਤਰੀਕੇ ਦੇ ਨਾਲ ਰਿਸ਼ਤਾ ਜਿਹੜਾ ਹੈ ਪੈਦਾ ਹੁੰਦਾ ਹੈ, ਬਣਦਾ ਹੈ, ਔਰ ਉਹਦੇ ਵਿੱਚੋਂ ਉਹ ਡਾਇਲੋਗ ਜਿਹੜਾ ਹੈ ਉਹ ਕਰਦੀ ਹੈ। ਔਰ ਉਹ ਵੀ ਔਰਤ ਜਿਹੜੀ ਆਪਣੀ ਐਗਜ਼ਿਸਟੈਂਸ ਨੂੰ ਜਿਹੜਾ ਹੈ ਉਹ ਜ਼ਿਆਦਾ ਜਿਹੜਾ ਹੈ ਉਹ ਕਹਿਣ ਦੀ ਗੱਲ ਕਰਦੀ ਹੈਗੀ ਹੈ। ਤਾਂ ਇਹ ਸਾਰਾ ਕੁਝ ਜਿਹੜਾ ਹੈ ਉਹ ਆਉਂਦਾ ਹੈ ਸਾਰੀਆਂ ਕਹਾਣੀਆਂ ਦੇ ਵਿੱਚ। ਰਬਾਬੀ ਕਹਾਣੀ ਦੇ ਵਿੱਚ ਜਿਹੜਾ ਵਿਦਿਅਕ ਮਾਮਲਿਆਂ ਦੇ ਵਿੱਚ ਜਾਂ ਵਿਦਿਅਕ ਅਦਾਰਿਆਂ ਦੇ ਵਿੱਚ ਜਿਹੜੇ ਗੁਰੂ ਨਾਨਕ ਦੇਵ ਦੇ ਨਾਮ ਤੇ ਚੱਲਦੇ ਪਏ ਆ, ਔਰ ਉਹੋ ਹੀ ਵਿਦਿਅਕ ਅਦਾਰੇ ਜਿਹੜੇ ਆ ਉਹਦੇ ਤੋਂ ਬੇਮੁਖ ਹੋਏ ਪਏ ਆ, ਇਹ ਸਾਰਾ ਕੁਝ ਕਹਿਣ ਦੀ ਕੋਸ਼ਿਸ਼ ਜਿਹੜੀ ਹੈ ਉਸ ਕਹਾਣੀ ਦੇ ਵਿੱਚ ਕੀਤੀ ਗਈ। ਬਹੁਤ ਖੂਬ, ਬਹੁਤ ਖੂਬ ਸਰਗੀ, ਬਹੁਤ ਵਧੀਆ ਤੁਹਾਡਾ ਜਿਹੜਾ ਡਿਸਕਸ਼ਨ ਹੈ ਅਸੀਂ ਕਹਾਣੀਆਂ ਦੇ ਬਾਰੇ ਦੇ ਵਿੱਚ ਕਰ ਰਹੇ ਹਾਂ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਸਰਗੀ ਬਹੁਤ ਹੀ ਨਾਮਵਰ ਲੇਖਕ ਦੀ ਬੇਟੀ ਹੈ। ਦਲਬੀਰ ਚੇਤਨ ਹੁਣਾਂ ਦੀ ਬੇਟੀ ਸਰਗੀ ਬਿਲਕੁਲ ਉਸੇ ਪਿੰਡ ਤੇ ਚੱਲੀ ਹੈ ਜਿਹਦੇ ਦੇ ਉੱਪਰ ਉਹ ਚੱਲਦੇ ਸੀ। ਬਹੁਤ ਘੱਟ ਉਹਨਾਂ ਨੇ ਲਿਖਿਆ, 3 ਕਿ 4 ਕਿਤਾਬਾਂ ਉਹਨਾਂ ਦੀਆਂ ਛਪੀਆਂ ਸੀ ਉਹਨਾਂ ਦੇ ਜੀਵਨ ਕਾਲ ਦੇ ਵਿੱਚ, ਪਰੰਤੂ ਬਹੁਤ ਹੀ ਪਾਏਦਾਰ ਕਹਾਣੀਆਂ ਉਹਨਾਂ ਨੇ ਲਿਖੀਆਂ। ਤੇ ਮੈਨੂੰ ਇਹ ਦੱਸਦਿਆਂ ਖੁਸ਼ੀ ਹੈ ਕਿ ਸਰਗੀ ਦੀ ਪਹਿਲੀ ਹੀ ਕਿਤਾਬ ਦੇ ਉੱਪਰ ਸਰਗੀ ਨੂੰ ਢਾਹਾਂ ਪੁਰਸਕਾਰ ਮਿਲਿਆ ਹੈ, ਜਿਹੜਾ ਕਿ ਗਲੋਬਲੀ ਤੌਰ ਤੇ ਕਹ ਲੋ ਕਿ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਸਾਹਿਤ ਦੀ ਵਿਲੱਖਣਤਾ ਦਰਸਾਉਣ ਵਾਲੀਆਂ ਰਚਨਾਵਾਂ ਨੂੰ ਮਿਲਦਾ ਹੈ। ਲੋਕਾਂ ਨੂੰ, ਸਮਾਜ ਨੂੰ ਆਪਸ ਵਿੱਚ ਜੋੜਨ ਵਾਲੀਆਂ, ਸਮਾਜ ਦੇ ਵਖਰੇਵਿਆਂ ਨੂੰ ਦਰਸਾਉਣ ਵਾਲੀਆਂ ਰਚਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਢਾਹਾਂ ਪੁਰਸਕਾਰ ਦਿੱਤਾ ਜਾਂਦਾ ਹੈ, ਜਿਹੜਾ ਕਿ ਵੈਨਕੂਵਰ ਦੇ ਵਿੱਚ ਸਥਾਪਿਤ ਹੋਇਆ ਹੈ ਢਾਹਾਂ ਪਰਿਵਾਰ ਵੱਲੋਂ। ਤੇ ਸਰਗੀ, ਆਪਾਂ ਅਗਰ ਤੁਹਾਡੇ ਪਿਤਾ ਜੀ ਦੀ ਗੱਲ ਕਰਦੇ ਆ ਤਾਂ ਮੈਨੂੰ ਇਹ ਦੱਸੋ ਕਿ ਉਹਨਾਂ ਦੀ ਕਿਹੜੀ ਕਹਾਣੀ ਤੋਂ ਤੁਸੀਂ ਮੁਤਾਸਰ ਹੋਏ ਸੀ, ਜਾਂ ਤੁਹਾਡੀ ਲੇਖਣੀ, ਤੁਹਾਡੀ ਲਿਖਣ ਦੀ ਰੁਚੀ ਦਾ ਪ੍ਰਫੁੱਲਤ ਹੋਣਾ ਜਿਹੜਾ ਕੀ ਉਹ ਦਲਬੀਰ ਚੇਤਨ ਹੋਣਾ ਕਰਕੇ ਵੀ ਹੋਇਆ ਕਿ ਜਾਂ ਸੁਤੇਸੇ ਦੀ ਕਹਾਣੀਆਂ ਲਿਖਣ ਲੱਗ ਪਈ? ਨਹੀਂ, ਇਸ ਤਰ੍ਹਾਂ ਤਾਂ ਮਤਲਬ ਮੈਨੂੰ ਉਹਨਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਉਹ ਚੰਗੀਆਂ ਲੱਗਦੀਆਂ ਹੈ। ਓਲਾ ਕਹਾਣੀ ਹੈ, ਇਸੇ ਤਰ੍ਹਾਂ ਵਗਦੇ ਪਾਣੀ ਕਹਾਣੀ ਹੈ, ਇਸੇ ਤਰ੍ਹਾਂ ਹੋਰ ਧਰਮ ਜੁੱਧ ਜਾਰੀ ਕਹਾਣੀ ਹੈ। ਮਤਲਬ ਉਹਨਾਂ ਨੇ ਤਾਂ ਮੈਨੂੰ ਯਾਦ ਹੈ ਜੀ ਉਹਨਾਂ ਦੀ ਵਗਦੇ ਪਾਣੀ ਤੇ ਇੱਕ ਮਹਿੰਦੀ ਬਾਜ਼ਾਰ ਕਹਾਣੀ ਬੜੀ ਖੂਬਸੂਰਤ ਹੈ, ਉਹਦੇ ਮਹਿੰਦੀ ਨਾਂ ਤੇ ਉਹਨਾਂ ਬਾਜ਼ਾਰ ਨੇ ਕਹਾਣੀ ਹੈ। ਔਰ ਮੈਨੂੰ ਕਈ ਵਾਰੀ ਐਂ ਲੱਗਦਾ ਹੁੰਦਾ ਹੈ ਕਿ ਜਿਵੇਂ ਦਾ ਉਹਨਾਂ ਲਿਖਿਆ ਮੈਂ ਤੇ ਕੁਝ ਵੀ ਨਹੀਂ ਹਜੇ ਲਿਖਿਆ। ਤਾਂ ਉਹਨਾਂ ਨੂੰ ਜੀਂਦਿਆਂ ਜੀ ਵੇਖੋ, ਇਨਾਮ ਲਈ ਮੈਂ ਵੀ ਨਹੀਂ, ਆਪਾਂ ਕਦੀ ਨਹੀਂ, ਕੋਈ ਲੇਖਕ ਇਨਾਮ ਨਹੀਂ ਲਿਖਦਾ। ਤਾਂ ਉਹਨਾਂ ਨੇ ਕਦੀ ਵੀ ਮੈਨੂੰ ਕਈ ਵਾਰੀ ਐਂ ਲੱਗਦਾ ਹੁੰਦਾ ਸੀ ਕਿ ਉਹ ਤਾਂ ਬਹੁਤ ਸੋਹਣੀਆਂ ਕਹਾਣੀਆਂ ਉਹਨਾਂ ਦੀਆਂ, ਔਰ ਉਹਨਾਂ ਦੇ ਵਿੱਚ ਇਬਾਰਤਾਂ ਜਿਹੜੀਆਂ ਹਨ ਉਹਨਾਂ ਦੀਆਂ ਮਤਲਬ ਜੀਣ ਜੋਗੀਆਂ ਹਨ, ਔਰ ਵਾਕਈ ਉਸ ਦੀ ਵੀ ਸੱਚ ਸਾਂਭੀ ਬੈਠੀਆਂ ਹਨ ਕਹਾਣੀਆਂ। ਤਾਂ ਮੈਨੂੰ ਇਹ ਲੱਗਦਾ ਆ ਕਿ ਜਿਹੜੀ ਸਾਧਨਾ, ਜਿਹੜਾ ਤਪ ਉਹਨਾਂ ਨੇ ਕੀਤਾ, ਉਹਦਾ ਫਲ ਕਿਤੇ ਮੈਨੂੰ ਮਿਲ ਗਿਆ। ਮੈਂ ਇੰਨੀ ਕਾਬਲ ਇੰਨੇ ਨਹੀਂ ਸੀ ਕਿ ਇਹ ਇਨਾਮ ਜਿਹੜੇ ਹੈ, ਕਿ ਉਹਨਾਂ ਜੀਂਦਿਆਂ ਜੀ ਉਹਨਾਂ ਨੇ ਕੋਈ ਇਨਾਮ ਨਹੀਂ ਮਿਲਿਆ, ਤਾਂ ਉਹ ਕੀ ਪਤਾ ਇਹ ਕੋਈ ਹੁੰਦਾ ਹੋਏਗਾ ਵੀ ਤਪ ਜਿਹੜਾ ਉਹਨਾਂ ਕੀਤਾ, ਤਪੱਸਿਆ ਜਿਹੜੀ ਉਹਨਾਂ ਕੀਤੀ, ਨਾ ਮੈਨੂੰ ਮਿਲ ਗਿਆ। ਤਾਂ ਇੰਝ ਮੈਂ ਕਈ ਵਾਰੀ ਸੋਚਦੀ ਹੁੰਦੀ ਹਾਂ। ਮੈਂ ਕੱਲ ਹੀ ਗੱਲ ਕਰ ਰਹੀ ਸੀ, ਮੇਰੇ ਆਏ ਸੀਗੇ ਮੇਰੇ ਪੇਰੈਂਟਸ ਘਰ, ਚਾਚਾ ਜੀ ਹੁਣੀ, ਤਾਂ ਮੈਂ ਕਿਹਾ ਵੀ ਉਹਨਾਂ ਵਾਂਗੂ ਨਹੀਂ ਮੈਂ ਲਿਖਿਆ, ਬਟ ਕੀ ਪਤਾ ਉਹਨਾਂ ਦਾ ਇਨਾਮ ਹੀ ਮੈਨੂੰ ਮਿਲਿਆ ਹੋਵੇ। ਤਾਂ ਇਸੇ ਤਰੀਕੇ ਦੇ ਨਾਲ ਜਿਹੜੀਆਂ ਜੋ ਵੀ ਬੱਚਾ ਹੁੰਦਾ ਉਹਦੀ ਅਪਬ੍ਰਿੰਗਿੰਗ ਜਿਹੜੀ ਹੁੰਦੀ ਹੈਗੀ ਹੈ, ਤਾਂ ਉਹ ਮਾਪਿਆਂ ਦੇ ਕੋਲੋਂ ਤੁਹਾਡੇ 'ਚ ਟਰਾਂਸਫਰ ਹੁੰਦਾ ਹੈ, ਜੈਨੇਟਿਕ ਵੀ ਹੁੰਦਾ ਹੈ, DNA 'ਚ ਵੀ ਤੁਹਾਨੂੰ ਮਿਲਦਾ ਹੈਗਾ। ਔਰ ਬਿਲਕੁਲ ਮੈਂ ਕਹਿ ਸਕਦੀ ਹਾਂ, ਠੀਕ ਹੈ, ਮੈਂ ਜੀਂਦੇ ਜੀ ਉਹਨਾਂ ਦੇ ਇੱਕ ਅੱਧੀ ਕਹਾਣੀ ਲਿਖੀ ਸੀਗੀ,
ਤਾਂ ਬਾਅਦ ਵਿੱਚ ਜਦੋਂ ਉਹ ਚਲੇ ਜਾਂਦੇ ਆ ਤਾਂ ਮੈਨੂੰ ਇਹ ਲੱਗਦਾ ਸੀਗਾ ਕਿ ਉਹ ਕਹਾਣੀਆਂ ਜਿਹੜੀਆਂ ਸੀਗੀਆਂ ਨਾ ਖੌਰੂ ਪਾ ਰਹੀਆਂ ਸੀ ਤੁਹਾਡੇ ਅੰਦਰ। ਤਾਂ ਉਹ ਥੋੜਾ ਮੈਂ ਡਿਪਰੈਸਡ ਵੀ ਸੀਗੀ ਤੇ ਮੈਨੂੰ ਲੱਗਾ ਕਿ ਹੀ ਉਹਨਾਂ ਦੀ ਜਿਹੜਾ ਇੱਕ ਸੱਲ ਸੀਗਾ ਉਹਨੂੰ ਪੂਰਦੀ ਮੈਂ ਕਹਾਣੀਆਂ ਜਿਹੜੀਆਂ ਸੀਗੀਆਂ ਉਹ ਦਿਖਣ ਲੱਗ ਪਈ। ਤਾਂ ਉਹ ਸਾਰਾ ਕੁਝ ਫਿਰ ਇਹੀ ਕਿਹਾ ਜਾ ਸਕਦਾ ਹੈ ਕਿ ਹਾਂ ਉਹਨਾਂ ਕਰਕੇ ਹੀ ਮੈਂ ਲਿਖਣੀਆਂ ਸ਼ੁਰੂ ਕੀਤੀਆਂ। ਤੇ ਫਿਰ ਜਦੋਂ ਵੀ ਕਿਤੇ ਕੋਈ ਸੱਦਾ ਆਉਂਦਾ ਸੀਗਾ ਤਾਂ ਜਿਵੇਂ ਤੁਸੀਂ ਗੱਲ ਕੀਤੀ ਆ ਤਾਂ ਵੀ ਕਹਿੰਦੇ ਸੀ ਕਿ ਦਲਬੀਰ ਚੇਤਨ ਦੀ ਧੀ ਆਏ, ਤਾਂ ਮੈਨੂੰ ਐਂ ਲੱਗਾ ਕਿ ਪੁਰਖੇ ਅਸੀਂ ਬੰਦਾ ਆਪਣੇ ਆਪ ਨੂੰ ਨਹੀਂ ਜਿਉਂਦਾ, ਆਪਣੇ ਪੁਰਖਿਆਂ ਨੂੰ ਵੀ ਜਿਉਂਦਾ ਆ। ਤਾਂ ਇਸ ਤਰੀਕੇ ਦੇ ਨਾਲ ਫਿਰ ਉਹ ਇੱਕ ਇਹ ਗੱਲ ਜਿਹੜੀ ਸੀ ਮੇਰੇ ਅੰਦਰ ਇੱਕ એનર્ਜੀ ਭਰ ਦਿੰਦੀ ਹੈ, ਊਰਜਾ ਭਰ ਦਿੰਦੀ ਹੈ ਕਿ ਮੇਰਾ ਬਾਪ ਕਿਤੇ ਨਹੀਂ ਗਿਆ, ਉਹ ਇੱਥੇ ਹੀ ਹੈ, ਸਾਡੇ ਕੋਲ ਹੀ ਹੈ। ਸਰ ਕੀ ਕਹਿੰਦੇ ਨੇ, ਪਿਤਾ ਪਰ ਪੂਤ ਨਸਲ ਪਰ ਘੋੜਾ, ਬਹੁਤਾ ਨਹੀਂ ਥੋੜਾ ਥੋੜਾ। ਤੇ ਅਸੀਂ ਕਹਿੰਦੇ ਆ ਕਿ ਜਦੋਂ ਮਾਪੇ ਚਲੇ ਵੀ ਜਾਂਦੇ ਨੇ ਜਾਂ ਕੋਈ ਵਿਅਕਤੀ ਚਲੇ ਜਾਂਦਾ ਹੈ ਤਾਂ ਉਹ ਆਪਣੇ ਵਾਰਸਾਂ ਦੇ ਰਾਹੀਂ ਜਿਉਂਦਾ ਰਹਿੰਦਾ। ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਸੋ ਮੈਨੂੰ ਬੜਾ ਫਖਰ ਹੈ ਕਿ ਦਲਬੀਰ ਚੇਤਨ ਹੋਣੀ ਮੇਰੇ ਕਜ਼ਨ ਸਨ ਤੇ ਮੈਨੂੰ ਬੜਾ ਮਾਣ ਸੀ ਕਿ ਮੈਂ ਇੱਕ ਬਹੁਤ ਵਧੀਆ ਕਹਾਣੀਕਾਰ ਦੀ ਭੈਣ ਵੀ ਹਾਂ। ਤੇ ਹੁਣ ਮੈਨੂੰ ਹੋਰ ਵੀ ਫਖਰ ਹੈ ਕਿ ਮੈਂ ਇੱਕ ਬਹੁਤ ਹੀ ਵਧੀਆ ਕਹਾਣੀਕਾਰਾਂ ਦੀ ਭੂਆ ਵੀ ਹੈਗੀ ਆ। ਸੋ ਸਰਗੀ ਲੈਣੇ ਆ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਅਸੀਂ ਸਰਗੀ ਦੇ ਨਾਲ ਗੱਲਬਾਤ ਜਾਰੀ ਰੱਖਾਂਗੇ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਗੁਰਚਰਨ ਸਿੰਘ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ। ਤੁਸੀਂ ਸ਼ਾਮਲ ਹੋਣ ਜਾ ਰਹੇ ਹੋ ਪ੍ਰੋਗਰਾਮ ਗੱਲਬਾਤ ਵਿੱਚ। ਗੱਲਬਾਤ ਅਸੀਂ ਕਰ ਰਹੇ ਹਾਂ ਇੱਕ ਕਹਾਣੀਕਾਰਾਂ ਦੇ ਨਾਲ। ਕਹਾਣੀਕਾਰਾ ਜਿਹੜੀ ਕਿ ਆਲੇ ਦੁਆਲੇ ਵਿਚਰਦੀਆਂ ਘਟਨਾਵਾਂ ਨੂੰ ਆਪਣੇ ਅੰਦਰ ਅਬਜ਼ੌਰਬ ਕਰਦੀ ਹੈ, ਚੂਸਦੀ ਹੈ, ਫਿਰ ਉਹਨਾਂ ਨੂੰ ਆਪਣੇ ਦਿਮਾਗ ਦੇ ਵਿੱਚ ਘਾੜਤ ਘੜਦੀ ਹੈ ਤੇ ਉਸ ਘਾੜਤ ਨੂੰ ਅੱਖਰਾਂ ਦਾ ਰੂਪ ਦਿੰਦੀ ਹੈ। ਤੇ ਜਦੋਂ ਉਹ ਛਪ ਕੇ ਸਾਹਮਣੇ ਆਉਂਦੇ ਨੇ ਤੇ ਉਹ ਕਹਾਣੀ ਪਾਠਕਾਂ ਤੱਕ ਪਹੁੰਚਦੀ ਹੈ, ਪਾਠਕ ਪੜ੍ਹਦੇ ਨੇ ਤੇ ਫਿਰ ਚੰਗੀ ਲੱਗਦੀ ਹੈ ਤੇ ਉਹ ਲੇਖਕ ਨੂੰ ਫੋਨ ਕਰਦੇ ਨੇ। ਸਰਗੀ ਨੂੰ ਇਹੋ ਜਿਹੇ ਬੜੇ ਹੀ ਫੋਨ ਆਏ ਹੋਣੇ, ਬਹੁਤ ਹੀ ਫੋਨ ਆਏ ਹੋਣੇ ਨੇ ਜਦੋਂ ਇਹ ਕਹਾਣੀਆਂ ਲਿਖਦੀ ਹੈ, ਕਿਉਂਕਿ ਫੇਸਬੁੱਕ ਤੇ ਪਾਈ ਇਹਦੀ ਆਪਣੇ ਆਪਣੇ ਮਰਸੀਏ ਕਹਾਣੀ ਜਦੋਂ ਮੈਂ ਪੜ੍ਹੀ ਸੀ ਤਾਂ ਮੈਂ ਵੀ ਕਿਹਾ ਸੀ ਕਿ ਜਿਹੜੇ ਪਾਤਰ ਦੀ ਸਿਰਜਣਾ ਤੂੰ ਕੀਤੀ ਹੈ ਇਸੇ ਪਾਤਰ ਨੂੰ ਮੈਂ ਵੀ ਸਿਰਜਿਆ। ਤੇ ਸਰਗੀ ਜਿਹੜੀ ਗੱਲ ਤੂੰ ਕਹੀ ਹੈ ਨਾਭੀ ਪੱਗ ਵਾਲੀ, ਤੇ ਮੈਂ ਉਸ ਆਪਣੀ ਕਹਾਣੀ ਦੇ ਵਿੱਚ ਲਿਖਿਆ ਸੀ ਕਿ ਜੇ ਤੇਰੀ ਥਾਂ ਮੈਂ ਮਰ ਜਾਂਦੀ ਤੇ ਤੂੰ ਕੱਲ ਹੀ ਨਾਭੀ ਪੱਗ ਬੰਨ ਕੇ ਚਲੇ ਜਾਣਾ ਸੀ ਤੇ ਮੇਰੇ ਸਿਰ ਤੇ ਚਿੱਟੀ ਚੁੰਨੀ ਆ ਗਈ। ਸੋ ਇਸ ਵਖਰੇਵੇਂ ਨੂੰ ਚਿੱਤਰਨ ਦਾ ਯਤਨ ਔਰਤ ਦਾ ਮਨ ਕਰਦਾ ਰਹਿੰਦਾ ਹੈ, ਕਿਉਂਕਿ ਔਰਤ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਕਿਤੇ ਨਾ ਕਿਤੇ ਸਮਾਜ ਦੇ ਵਿੱਚ ਅੰਕਿਤ ਉਹਦਾ ਸਥਾਨ ਇੱਕ ਉਹਦੇ ਲਈ ਸੂਲ ਬਣ ਜਾਂਦਾ। ਸੋ ਸਰਗੀ ਨੇ ਇਹੋ ਜਿਹੀਆਂ ਕਹਾਣੀਆਂ ਚਿੱਤਰੀਆਂ, ਬਹੁਤ ਹੀ ਜ਼ਿਆਦਾ ਚਿੱਤਰੀਆਂ। ਆਪਣੇ ਬਾਪ ਦੇ ਪਾਏ ਪੂਰਨਿਆਂ ਤੇ ਚੱਲੀ ਸਰਗੀ, ਤੇ ਅੱਜ ਸਰਗੀ ਮਾਣਮੱਤੀ ਹੈ ਇੱਕ ਧਾਹਾਂ ਪੁਰਸਕਾਰ ਲੈ ਕੇ ਸਾਰੇ ਪਰਿਵਾਰ ਲਈ ਨਹੀਂ ਬਲਕਿ ਪੂਰੇ ਪੰਜਾਬੀ ਜਗਤ ਲਈ, ਮੇਰੇ ਆਪਣੇ ਪਰਿਵਾਰ ਲਈ ਇੱਕ ਬਹੁਤ ਹੀ ਮਾਣ ਸਨਮਾਨ ਵਾਲੀ ਗੱਲ ਹੈ। ਧਾਹਾਂ ਪੁਰਸਕਾਰ ਜਿਹੜਾ ਇਹ 3 ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ। ਪਹਿਲਾ ਪੁਰਸਕਾਰ, ਦੂਸਰਾ, 2 ਨੋਮੀਨੇਸ਼ਨ ਜਿਹੜੀਆਂ ਹੁੰਦੀਆਂ ਨੇ ਫਾਈਨਲਿਸਟ ਨੂੰ ਦਿੱਤਾ ਜਾਂਦਾ ਹੈ। ਪਹਿਲਾ ਪੁਰਸਕਾਰ $25,000 ਦਾ ਨੈਣ ਸੁਖ ਹੁਣਾਂ ਨੂੰ ਮਿਲਿਆ, ਜਿਹੜੇ ਕਿ ਪਾਕਿਸਤਾਨ ਦੇ ਵਿੱਚ ਕਹਾਣੀਕਾਰ ਨੇ। ਤੇ 2 ਜਿਹੜੇ ਪੁਰਸਕਾਰ ਨੇ $10,000 ਦੇ, ਉਹਨਾਂ ਦੇ ਵਿੱਚੋਂ ਇੱਕ ਸਰਗੀ ਦੇ ਹਿੱਸੇ ਆਇਆ। ਸਰਗੀ ਇੱਕ ਵਾਰੀ ਫੇਰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਮੁਬਾਰਕਾਂ। ਮੈਨੂੰ ਅੰਤਾਂ ਦੀ ਖੁਸ਼ੀ ਹੋ ਰਹੀ ਹੈ ਕਿ ਇੱਕ ਨੌਜਵਾਨ ਲੇਖਕਾਂ ਨੂੰ ਇਹ ਪੁਰਸਕਾਰ ਮਿਲਿਆ। ਇਹ ਤਾਂ ਆਪਾਂ ਗੱਲ ਕੀਤੀ ਹੈ ਤੁਹਾਡੀਆਂ ਪੁਰਸਕਾਰਿਤ ਕਹਾਣੀਆਂ, ਤੇ ਹੁਣ ਅਸੀਂ ਗੱਲ ਕਰ ਰਹੇ ਹਾਂ ਅੱਜ ਦੀ। ਸਰਗੀ ਤੁਸੀਂ ਕਿਹੜੀ ਨਵੀਂ ਕਹਾਣੀ ਲਿਖੀ ਹੈ, ਉਹਦਾ ਤੁਸੀਂ ਦੱਸੋ ਕਿ ਇਸ ਪੁਰਸਕਾਰਿਤ ਕਹਾਣੀਆਂ ਤੋਂ ਬਾਅਦ ਤੁਸੀਂ ਕਿਹੜੀ ਨਵੀਂ ਕਹਾਣੀ ਲਿਖੀ ਹੈ ਤੇ ਕਿਸ ਵਿਸ਼ੇ ਤੇ ਲਿਖੀ? ਹਾਂਜੀ, ਲਾਂਬੂ ਕਹਾਣੀ ਲਿਖੀ ਹੈ ਔਰ ਸਿਰਜਣਾ ਹੋਰਾਂ ਨੂੰ ਜਦੋਂ ਮੈਂ ਰਘਬੀਰ ਸਿੰਘ ਸਿਰਜਣਾ ਨੂੰ ਭੇਜੀ ਸਿਰਜਣਾ ਮੈਗਜ਼ੀਨ 'ਚ ਤਾਂ ਉਹਨਾਂ ਨੇ ਬੜੀ ਮੇਰੀ ਹੌਸਲਾ ਅਫਜ਼ਾਈ ਕੀਤੀ, ਇਹ ਕਹਿ ਕੇ ਕਿ ਤੁਸੀਂ ਪਹਿਲੀ ਕਹਾਣੀ ਭੇਜੀ ਸੀ, ਮੈਨੂੰ ਡਰ ਸੀ ਕਿ ਕਿਤੇ ਮੈਨੂੰ ਨਿਰਾਸ਼ ਨਾ ਕਰ ਦੇਵੋ ਤੁਸੀਂ ਤੇ ਮੈਨੂੰ ਕਹਿਣਾ ਪਵੇ ਕਿ ਕਹਾਣੀ ਨਹੀਂ ਮੇਚਦੀ
ਸਿਰਜਣਾ ਦੇ। ਤੇ ਪਰ ਮੈਂ ਤੁਹਾਡੀ ਕਹਾਣੀ ਪੜ੍ਹ ਕੇ ਬਹੁਤ ਖੁਸ਼ ਹੋਇਆ, ਔਰ ਬਾਅਦ ਬਹੁਤ ਸਾਰੇ ਜਿਹੜੇ ਆ ਮੈਸੇਜ ਆਏ ਆ, WhatsApp ਦਾ ਆਇਆ ਆ, ਔਰ ਉਹ ਅਸਲ ਦੇ ਵਿੱਚ ਇੰਨਾ ਗੁਰਮੀਤ ਪਨਾਗ ਹੋਰਾਂ ਨੇ ਮਰਕਾਬੀਆਂ ਕਹਾਣੀ ਲਿਖੀ ਉੱਥੋਂ ਦੇ ਨੈਟਿਵ ਲੋਕਾਂ ਬਾਰੇ, ਕੈਨੇਡਾ ਦੇ। ਤਾਂ ਮੈਨੂੰ ਲੱਗਾ ਕਿ ਸਾਡੇ ਜਿਹੜਾ ਮੁਲਕ ਹੈਗਾ ਆ, ਤਾਂ ਉਹਦੇ ਵਿੱਚ ਵੀ ਤਾਂ ਸਾਡੇ ਇਹ ਕਹਾਣੀ ਬਿਲਕੁਲ ਉਹਨਾਂ ਵਰਗੀ ਤਾਂ ਨਹੀਂ ਹੈਗੀ, ਪਰ ਉਹ ਟੋਹਾਂ ਥੋੜੀਆਂ ਜਿਹੀਆਂ ਮੇਰੇ ਮਤਲਬ ਮਨ 'ਚ ਆਇਆ ਕਿ ਸਾਡੇ ਵੀ ਤਾਂ ਇੱਥੇ ਇੰਝ ਹੀ ਹੋਇਆ ਨਾ, ਜਿਹੜੇ ਇੱਥੋਂ ਦੇ ਨੇਟਿਵ ਹੈਗੇ ਆ, ਜਿਹੜੇ ਇੱਥੋਂ ਦੇ ਅਸਲੀ ਸਪੁੱਤਰ ਹੈਗੇ ਆ, ਤਾਂ ਉਹਨਾਂ ਨੂੰ ਵੀ ਅਸੀਂ ਮਿਨੀਮਾਈਜ਼ਡ ਕੀਤਾ। ਅਸੀਂ ਨਹੀਂ, ਜਿਨ੍ਹਾਂ ਨੇ ਵੀ ਕੀਤਾ, ਤਾਂ ਉਹ ਥੋੜਾ ਜਿਹਾ ਮੈਂ ਇਸ ਤਰ੍ਹਾਂ ਦਾ ਯਤਨ ਕੀਤਾ ਹੈਗਾ ਆ ਕਹਾਣੀ ਦੇ ਵਿੱਚ। ਤਾਂ ਉਹਦੇ ਵਿੱਚ ਲਹਿੰਦੇ ਵੱਲ ਦੀ ਪੱਤੀ ਹੈ, ਚੜ੍ਹਦੇ ਵੱਲ ਦੀ ਪੱਤੀ ਹੈ, ਔਰ ਉਹਦੇ ਵਿੱਚ ਜਿਹੜਾ ਸਾਡਾ ਜਿਹੜਾ ਪਿੰਡਾਂ ਦਾ ਕਲਚਰ ਹੈ ਉਹ ਵੀ ਹੈ। ਤਾਂ ਉਹ ਕਹਾਣੀ ਪੜ੍ਹ ਕੇ ਜਿਹੜਾ ਨਾ ਮੈਨੂੰ ਇੱਕ ਫੋਨ ਆਇਆ, ਕਹਿੰਦਾ ਕਿ ਬੀਬਾ ਗੱਲ ਸੁਣ, ਜੇ ਉਹਦੇ ਤੇ ਤੇਰਾ ਨਾਂ ਨਾ ਹੁੰਦਾ ਤੇ ਮੈਂ ਸਮਝਣਾ ਸੀ ਵੀ ਇਹ ਕੁੜੀ ਨੇ ਕਹਾਣੀ ਨਹੀਂ ਲਿਖੀ, ਇਹ ਕਿਸੇ ਮੁੰਡੇ ਨੇ ਕਹਾਣੀ ਲਿਖੀ ਹੈ, ਕਿਸੇ ਮਤਲਬ ਮੇਲ ਮੈਂਬਰ ਵੱਲੋਂ ਲਿਖੀ ਗਈ ਹੈ ਕਹਾਣੀ। ਤਾਂ ਇਹ ਗੱਲਾਂ ਫਿਰ ਤੁਹਾਨੂੰ ਹੋਰ ਚੰਗੀਆਂ ਲੱਗਦੀਆਂ ਕਿ ਮੈਂ ਉਸ ਤਰ੍ਹਾਂ ਦੀ ਸਾਈਕੀ ਜਿਹੜੀ ਹੈ ਉਹ ਪਕੜ ਸਕੀ ਹੈ। ਤਾਂ ਉਹ ਇਹੀ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਲੋਕ ਲਤਾੜੇ ਹੈ, ਜਿਹੜੇ ਲੋਕ ਜਦੋਂ ਉਹਦੇ ਵਿੱਚ ਇੱਕ ਪਾਤਰ ਹੈਗਾ ਇੰਦਰ, ਉਹਦੇ ਪਿੱਛੇ ਲੱਗਦਾ ਨਰ, ਠੀਕ ਹੈ, ਔਰ ਹਾਂਜੀ ਇੰਦਰ ਨਰ। ਤਾਂ ਉਹ ਇੱਕ ਚਮਾਰ ਦਿਖਾਇਆ, ਇੱਕ ਕੰਬੋ ਪਾਤਰ ਵਿਖਾਇਆ, ਮਤਲਬ ਜਾਤੀ ਉਹ ਜ਼ਿਮੀਦਾਰ ਹੈ। ਤਾਂ ਉਹ ਮਤਲਬ ਇਹ ਸਾਡੇ ਘਟਨਾਵਾਂ ਮੇਰੇ ਨਾਨਕਿਆਂ ਦੇ ਪਿੰਡ ਮੈਂ ਇਸ ਤਰ੍ਹਾਂ ਦੇ ਪਾਤਰ ਵੇਖੇ ਸੀਗੇ। ਤੇ ਉਹ ਮਤਲਬ ਚਮਾਰਾਂ ਦਾ ਜਿਹੜਾ ਲੈ ਕੇ ਨਾ ਜ਼ਮੀਨ, ਉੱਥੇ ਚਮਾਰਾਂ ਦੀ ਵੀ ਜ਼ਮੀਨ ਕਾਫੀ ਹੈਗੀ ਆ ਇੱਧਰ ਫਗਵਾੜੇ ਵਾਲੀ ਸਾਈਡ ਵੱਲ। ਤਾਂ ਉਹਨਾਂ ਦਾ ਲੈ ਕੇ ਮਤਲਬ, ਤਾਂ ਉਹ ਉਹਨਾਂ ਦਾ ਜਰਾਨਾ ਸੀਗਾ। ਤੇ ਉਹ ਮੇਰੇ ਕਿਤੇ ਮਨ ਦੇ ਵਿੱਚ ਬੈਠੀ ਸੀ ਗੱਲ ਕਿ ਜਦੋਂ ਬੰਦਾ ਸਾਧਨ ਸਮਰੱਥ ਹੋ ਜਾਂਦਾ, ਕਾਸਟ ਕਿਤੇ ਪਿੱਛੇ ਰਹਿ ਜਾਂਦੀ ਹੈ। ਤਾਂ ਉਹ ਆਪਸ ਦੇ ਵਿੱਚ ਕਾਸਟ ਨੂੰ ਜਾਂਦੀ ਨਹੀਂ ਹੈ। ਤਾਂ ਉਹ ਸਾਰੀਆਂ ਗੱਲਾਂ ਉਹ ਆਪਸ ਵਿੱਚ ਜਦੋਂ ਗੱਲਾਂ ਕਰਦੇ ਆ, ਉਹ ਕਹਿੰਦਾ ਆ ਕਿ ਤੂੰ ਵੇਖ, ਤੇਰਾ ਜਿਹੜਾ ਯਾਰ ਹੈ ਉਹ ਤਹਿਸੀਲਦਾਰ ਹੈ, ਉਹ ਚਮਾਰ ਹੈ, ਉਹ ਜ਼ਿਮੀਦਾਰ ਹੈ, ਪਰ ਮੇਰੇ ਕੋਲ ਬੜਕ ਨਹੀਂ ਵੱਜਦੀ, ਤੂੰ ਅੱਜ ਮੈਨੂੰ ਬੜਕ ਮਾਰ ਕੇ ਵਿਖਾ। ਤਾਂ ਉਹ ਕਹਿੰਦਾ ਆ ਕਿ ਉਹ ਇਸ ਤਰੀਕੇ ਦੇ ਨਾਲ ਉਹ ਫਿਰ ਨਾ ਬੜਾ ਕਹਿੰਦਾ ਆ ਕਿ ਇਹਨਾਂ ਮੱਥੇ ਚੋਂ ਨਿਕਲਿਆ ਨੇ ਸਾਡੀਆਂ ਬੜਕਾਂ ਮਾਰ ਦਿੱਤੀਆਂ, ਤੇ ਤੁਸੀਂ ਪਤਾ ਨਹੀਂ ਕਿੱਥੋਂ ਨਿਕਲੇ, ਸਾਡੇ ਕੋਲ ਤਾਂ ਤੁਹਾਡੇ ਸਾਹਮਣੇ ਵੀ ਬੜਕ ਨਹੀਂ ਵੱਜਦੀ। ਤਾਂ ਇਹ ਜਿਹੜੀ ਗੱਲ ਸੀਗੀ ਜੋ ਕਿਤੇ ਨਾ ਕਿਤੇ ਜਿਵੇਂ ਮਨੂ ਸਮ੍ਰਿਤੀ ਹੈ ਕਿ ਸਾਡੇ ਮੱਥੇ ਚੋਂ ਜਿਹੜਾ ਬ੍ਰਾਹਮਣ ਪੈਦਾ ਹੁੰਦਾ ਹੈ, ਔਰ ਜੋ ਵੀ ਉਹਨਾਂ ਨੇ ਕਿਹਾ ਉਹ ਸਭ ਨੂੰ ਪਤਾ ਹੀ ਹੈ। ਤਾਂ ਉਹ ਮੇਰੇ ਮਨ ਦੇ ਵਿੱਚ ਕਈ ਵਾਰੀ ਨਾ ਗੱਲ ਬੜੀ ਅੱਖਰਦੀ ਹੈ ਮੈਨੂੰ। ਤਾਂ ਉਹ ਮੈਂ ਇਸ ਕਹਾਣੀ ਦੇ ਵਿੱਚ ਦਿੱਤੀ, ਔਰ ਕਿਵੇਂ ਸਾਡੀਆਂ ਜਿਹੜੀਆਂ ਜਿਹੜਾ ਬੰਦਾ ਜ਼ਿਮੀਦਾਰ ਹੈ ਉਹਦੀ ਮਾਂ ਨੂੰ ਰੋਗ ਲੱਗਾ ਹੋਇਆ, ਔਰ ਉਹ ਰੋਗ ਇਹਦੇ ਕਰਕੇ ਇੱਕ ਉਧਰ ਪਿੰਡ ਦੀ ਜਿਹੜੀ ਹਰੀਜਨਾਂ ਦੀ ਹੈਗੀ, ਉਹਦੇ ਪਾਲਣ ਪੋਸ਼ਣ ਉਹ ਕਰਦੀ, ਉਹਨੂੰ ਚਾਚੀ ਕਹਿੰਦਾ ਆ। ਤਾਂ ਫਿਰ ਉਹ ਕਿਵੇਂ ਕਾਸਟ ਤੋਂ ਪਾਸੇ, ਹੱਦਬੰਦੀਆਂ ਤੋਂ ਪਾਸੇ, ਇੱਕ ਤਾਂ ਮਤਲਬ ਉਸ ਕਹਾਣੀ ਦੇ ਵਿੱਚ, ਜੇ ਹੁਣ ਮੈਨੂੰ ਨਹੀਂ ਪਤਾ ਤੁਸੀਂ ਜੇ ਪੜ੍ਹੀ ਹੋਗੀ ਤਾਂ ਬੜਾ ਹੀ ਕੁਝ ਹੈਗਾ ਆ ਵੀ ਇੱਕ ਤੇ ਸਾਡੇ ਲੋਕ ਜਿਹੜੇ ਹਾਂਜੀ ਮਾਈਗ੍ਰੇਟ ਕਰ ਰਹੇ ਆ, ਤਾਂ ਉਹ ਕਹਿੰਦਾ ਆ ਕਿ ਲੋਕ ਜਾ ਰਹੇ ਆ ਕਿ ਧੜਾ ਧੜ ਜਾ ਰਹੇ ਆ, ਔਰ ਪਿੱਛੇ ਜਿਹੜੇ ਮਾਪੇ ਆ ਉਹ ਇਕੱਲੇ ਰਹਿ ਗਏ। ਉਹ ਗੱਲਾਂ ਕਿਵੇਂ ਦੀਆਂ ਕਰਦੇ, ਉਹ ਕਹਿੰਦਾ ਕਿ ਮੇਰਾ ਪੁੱਤ ਗਿਆ ਤੇ ਮੈਂ ਕਿਹਾ ਵੀ ਕੋਈ ਲਾਂਬੂ ਲਾਉਣ ਵਾਲਾ ਤੇ ਰਹਿ ਜਾਂਦਾ। ਤਾਂ ਕਹਿੰਦਾ ਕਿ ਅੱਗੋਂ ਕਹਿੰਦਾ ਕਿ ਬਾਪੂ ਹੁਣ ਉਸੇ ਵੇਲੇ ਨਾ ਮਰਜੀ ਵੀ ਮੇਰੇ ਕੋਲ ਏਡੀ ਛੇਤੀ ਪੈਸੇ ਨਹੀਂ ਖਰਚ ਕੇ ਆਇਆ ਜਾਣਾ, ਕਿਉਂਕਿ ਜਿਵੇਂ ਦਾ ਸਾਡੇ ਪੰਜਾਬੀਆਂ ਦਾ ਸੁਭਾਅ ਹੈਗਾ ਆ, ਉਹ ਇਸ ਤਰ੍ਹਾਂ ਦੀਆਂ ਗੱਲਾਂ ਵੀ ਆ। ਫਿਰ ਇੱਕ ਲਾਂਬੂ ਤੁਹਾਡੇ ਅੰਦਰ ਧੁਖਦਾ ਹੈ, ਤਾਂ ਵੀ ਅਸੀਂ ਹੱਸਦੇ ਤਾਂ ਸਾਰੇ ਆ, ਸਾਡੇ ਅੰਦਰ ਕਈ ਵਾਰੀ ਸਿਵਾ ਬਲ ਰਿਹਾ ਹੁੰਦਾ ਆ। ਇੱਕ ਲਾਂਬੂ ਤੁਹਾਡੇ ਅੰਦਰ, ਉਹ ਲਾਂਬੂ ਜਿਹੜਾ ਹੈ ਉਹ ਧੀਆਂ ਪੁੱਤਾਂ ਦੀ ਬੇਰੁਖੀ ਕਰਕੇ ਉਹ ਉਸ ਪਾਤਰ ਦੇ ਅੰਦਰ ਧੁਖ ਰਿਹਾ ਹੈ। ਇੱਕ ਲਾਂਬੂ ਬਾਹਰ ਹੈ, ਜਦੋਂ ਉਹ ਕਹਿੰਦਾ ਆ ਕਿ ਮੈਂ ਆਪਣੇ ਪੁਰਖਿਆਂ ਨੂੰ ਜਿਹੜਾ ਸੀਗਾ ਉਹ
ਲਾ ਨਹੀਂ ਸੀ ਸਕਿਆ, ਲਾਂਬੂ ਨਹੀਂ ਸੀ ਲਾ ਸਕਿਆ ਜਦੋਂ 47 ਦੇ ਹੋਏ ਸੀ ਦੰਗੇ, ਤਾਂ ਹਜੂਮ ਮੇਰੇ ਪਿੱਛੇ ਸੀਗਾ ਤੇ ਮੈਂ ਲਾਂਬੂ ਨਹੀਂ ਸੀ ਲਾ ਸਕਿਆ। ਤਾਂ ਉਹਦਾ ਬਾਪ, ਮੁੱਖ ਪਾਤਰ ਦਾ ਬਾਪ ਹਮੇਸ਼ਾ ਉਹ ਜਿਹੜਾ ਸੀਗਾ ਉਹ ਲਵਾਰਸ ਲਾਸ਼ਾਂ ਨੂੰ ਸਾੜਦਾ ਹੈ, ਮਤਲਬ ਉਹਨਾਂ ਦਾ ਸਾੜਦਾ ਕਹਿੰਦਾ ਸੰਸਕਾਰ ਕਰਦਾ ਹੈ ਹਨਾ। ਤਾਂ ਉਹ ਉਸੇ ਤਰੀਕੇ ਦੇ ਨਾਲ ਉਹਦਾ ਪੁੱਤ, ਉਹਦੀ ਅਗਲਾ ਜਿਹੜਾ ਵਾਰਸ ਹੈ, ਉਹ ਇਸ ਗੱਲ ਨੂੰ ਕਰ ਲੈਂਦਾ ਹੈ। ਉਹ ਕਹਿੰਦਾ ਹੈ ਕਿ ਮੇਰੇ ਅੰਦਰ ਵੀ ਮੈਂ ਮਲਮ ਤੇ ਜਿਹੜਾ ਸੀਗਾ ਕਿ ਬਾਪੂ ਇਸ ਤਰ੍ਹਾਂ ਕਰਕੇ ਜਿਹੜਾ ਚੁੱਪ ਚਪੀਤੇ ਉਹ ਜਿਹੜਾ ਬਾਪੂ ਦੇ ਅੰਦਰ ਲਾਂਬੂ ਚੱਲਦਾ ਸੀ, ਅੰਦਰ ਧੁਖਦਾ ਸੀ, ਉਹ ਮੇਰੇ ਹਿੱਸੇ ਆ ਗਿਆ। ਤਾਂ ਉਹ ਲਾਂਬੂ ਕਿਤੇ ਇਸ ਤਰ੍ਹਾਂ ਹੀ ਹੈ ਕਿ ਕਿਤੇ ਸੰਸਕਾਰ ਵਾਲਾ ਲਾਂਬੂ ਹੈ ਤੇ ਕਿਤੇ ਬੰਦੇ ਦੇ ਅੰਦਰ ਵਾਲਾ ਲਾਂਬੂ ਹੈ, ਕਿਤੇ ਜਾਤ ਪਾਤ ਦਾ ਲਾਂਬੂ ਹੈ। ਤਾਂ ਬਹੁਤ ਸਾਰੇ ਲਾਂਬੂ ਜਿਹੜੇ ਨੇ, ਉਹ ਬੰਦਾ ਜਿਹੜਾ ਹੈ ਉਹ ਜਦੋਂ ਉਹਦਾ ਇੰਦਰ ਨਰ ਦਾ ਬੇਟਾ ਜਿਹੜਾ ਅਜੇ ਨਰ ਹੈ ਉਹ ਅਮਰੀਕਾ ਹੈਗਾ, ਤਾਂ ਉਹ ਫਿਰ ਜਿਹੜਾ ਧਿਰ ਕਹਿ ਰਹੀ ਸੀ ਨਾ ਵੀ ਮੈਨੂੰ ਬੜਕ ਮਾਰਨੀ ਸਿਖਾ, ਵੀ ਉਹ ਇੰਦਰ ਨਰ ਆਪਣੇ ਜ਼ਿਮੀਂਦਾਰ ਤਾਂ ਐਨ ਰੱਥ ਹੋ ਜਾਂਦਾ ਆ। ਤਾਂ ਉਹ ਅਜੇ ਨਰ ਕਹਿੰਦਾ ਹੈਗਾ ਆ ਕਿ ਤੇਰੀ ਪਿੱਠ ਪਿੱਛੇ ਅਮਰੀਕਾ ਖਲੋਤਾ, ਅਮਰੀਕਾ ਵੀ ਤੈਨੂੰ ਨਹੀਂ ਡਰਨ ਦੀ ਲੋੜ, ਮਤਲਬ ਉਸ ਜ਼ਿਮੀਂਦਾਰ ਨੂੰ ਕਹਿ ਲਿਆ ਵੀ ਬੜਕ ਮਾਰ। ਤਾਂ ਉਹ ਇਹ ਟਰਾਂਸਫਰ ਜਿਹੜੀ ਹੈਗੀ ਹੈ ਮੈਂ ਉਸ ਕਹਾਣੀ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਜਿਹੜਾ ਹੈ ਕਿ ਜਾਤ ਪਾਤ ਦਾ ਉਹਦੇ ਵਿੱਚ, ਜੇ ਹੁਣ ਕਹਾਣੀ ਪਰ ਨਿੱਕੀਆਂ ਨਿੱਕੀਆਂ ਛੋਹਾਂ ਹਨ ਕਿ ਉਹ ਕਹਿੰਦਾ ਆ ਕਿ ਇਹ ਭਾਵੇਂ ਮੇਰਾ ਯਾਰ ਹੈ, ਜਦੋਂ ਇਹ ਆਪਣੇ ਜ਼ਿਮੀਂਦਾਰ ਨੂੰ ਕੀ ਲੱਗਦਾ ਕਿ ਜਦੋਂ ਇਹ ਜਦੋਂ ਮੇਰੇ ਅੱਗੇ ਉੱਚੀ ਬੋਲਦਾ ਤਾਂ ਮੈਨੂੰ ਬੜਾ ਇੱਥੇ ਵੱਟ ਜਿਹਾ ਚੜ੍ਹਦਾ ਹੈ ਨਾ। ਤੇ ਫਿਰ ਇਹ ਵੀ ਕਹਿੰਦਾ ਆ ਕਿ ਜਦੋਂ ਹੈਗਾ ਤੇ ਮੇਰਾ ਯਾਰ ਹੈ, ਪਰ ਜਦੋਂ ਆਪਣੇ ਅਮਰੀਕਾ ਬੈਠੇ ਪੁੱਤ ਦੀਆਂ ਬਹੁਤ ਸਾਰੇ ਵੱਡੇ ਵੱਡੇ ਕਾਰੋਬਾਰ ਦੀਆਂ ਗੱਲਾਂ ਕਰਦਾ ਤੇ ਮੈਨੂੰ ਗੁੱਸਾ ਜਿਹਾ ਚੜ੍ਹਦਾ ਹੈ। ਮੀਨਸ ਉਹ ਸਾਰੀਆਂ ਸ਼ੇਡਸ ਜਿਹੜੀਆਂ ਉਹ ਕਹਾਣੀ ਦੇ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਫਿਰ ਆਖਿਰ ਦੇ ਉੱਤੇ ਕਰੋਨਾ ਦਾ ਕਰਕੇ ਜਿਸ ਤਰ੍ਹਾਂ ਸਾਡੇ ਆਲੇ ਦੁਆਲੇ ਵਾਪਰਿਆ ਕਿ ਕਈ ਲੋਕ, ਕਈਆਂ ਬੱਚਿਆਂ ਨੇ ਬੇਰੁਖੀ ਵੀ ਦਿਖਾਈ ਮਾਂ ਬਾਪ ਨਾਲ। ਇੱਥੇ ਆਪਣੇ ਪਿੰਡਾਂ ਲਾਗੇ ਪਿੰਡ ਹੈ ਸਠਿਆਲਾ, ਤਾਂ ਉੱਥੇ ਮਾਂ ਬਾਪ ਕਮਰਿਆਂ ਦੇ ਅੰਦਰ ਹੀ ਮਰ ਖੱਪ ਗਏ, ਸੁਸਾਈਡ ਸ਼ਾਇਦ ਕਰ ਲਿਆ, ਤਾਂ ਬੱਚੇ ਲਾਸ਼ਾਂ ਵੀ ਲੈਣ ਨਹੀਂ ਸੀ ਆਏ। ਤਾਂ ਉਹ ਸਾਰਾ ਕੁਝ ਤੁਹਾਡੇ ਅੰਦਰ ਜਿਹੜਾ ਹੈ ਨਾ ਚੱਲਦਾ ਰਹਿੰਦਾ ਹੈ, ਪੱਕਦਾ ਰਹਿੰਦਾ ਹੈ, ਰਿੱਝਦਾ ਰਹਿੰਦਾ ਹੈ। ਤਾਂ ਉਹ ਫਿਰ ਕਹਾਣੀ ਦੇ ਵਿੱਚ ਮੈਂ ਉਹ ਆਖਿਰ ਦੇ ਉੱਤੇ ਉਹ ਚਾਚੀ ਜਿਹੜੀ ਉਹਦੀ ਹੁੰਦੀ ਹੈ ਉਹ ਕਹਿੰਦੀ ਵੀ ਤੈਨੂੰ ਲਾਂਬੂ ਵੀ ਲਾਉਣ ਨਾ ਆਇਆ ਬਹੁਤਿਆਂ ਜੇ ਦਾਦਾ ਵਾਲਿਆ। ਤਾਂ ਉਹ ਇਸ ਸੁਪਨੇ 'ਚ ਵੇਖਦਾ ਹੈ ਤੇ ਫਿਰ ਹੌਲੀ ਹੌਲੀ ਉਹਦੇ ਵਿੱਚ ਦਿਖਾਇਆ ਕਿ ਪਹਿਲਾਂ ਉਹ ਲਹਿੰਦੀ ਪੱਤੀ ਵਾਲੇ ਕਦੀ ਮੜੀਆਂ ਤੇ ਨਹੀਂ ਸੀ ਗਿਆ, ਤੇ ਪਰ ਉਹਦਾ ਸੰਸਕਾਰ ਇਹ ਵੀ ਸਾਡੇ ਇੱਥੇ ਹੀ ਹੋਇਆ ਸੀਗਾ ਕਿ ਸੰਸਕਾਰ ਜਿਹੜਾ ਸੀ ਭਾਈ ਨਰਮਲ ਸਿੰਘ ਖਾਲਸਾ ਦਾ ਬਹੁਤ ਦੂਰ ਦਰੇਡੇ ਕੀਤਾ ਸੀ। ਕਿੰਨੀ ਉਹਨਾਂ ਦੀ ਜਿਹੜਾ ਸੀ ਕਿੱਡੇ ਵਧੀਆ ਉਹ ਰਾਗੀ ਸੀਗੇ। ਤਾਂ ਉਹ ਉਸ ਤਰੀਕੇ ਦਾ ਕਈ ਕੁਝ, ਤਾਂ ਉਹਦਾ ਵੀ ਸੰਸਕਾਰ ਲਹਿੰਦੀ ਵਾਲੀਆਂ ਪਾਸੇ ਕਰਦੇ ਆ ਕਿ ਇਹਦੀ ਜਿਹੜੀ ਆਬੋ ਹਵਾ ਆ ਕਿਤੇ ਉਹਦੇ ਨਾਲ ਹੀ ਨਾ ਕਰੋਨਾ ਹੋ ਜਾਏ, ਜਿਵੇਂ ਦਾ ਪਿੰਡਾਂ ਦੇ ਵਿੱਚ ਹਿਸਾਬ ਕਿਤਾਬ ਸੀਗਾ। ਤਾਂ ਉਹ ਫਿਰ ਉਹ ਲਾਸਟ ਤੇ ਕਰਦਾ ਕੀ ਹੈ ਕਿ ਹਮੇਸ਼ਾ ਉਹ ਚੜ੍ਹਦੀ ਪੱਤੀ ਵੱਲ ਦੀਆਂ ਮੜੀਆਂ ਨੂੰ ਪਾਣੀ ਪਾਉਂਦਾ ਸੀ। ਤਾਂ ਉਹ ਫਿਰ ਜਦੋਂ ਸੁਪਨੇ ਦੇ ਵਿੱਚੋਂ ਜਾਗਦਾ ਆ ਤਾਂ ਉਹ ਲਹਿੰਦੇ ਪੱਤੀ ਦੀਆਂ ਮੜੀਆਂ ਨੂੰ ਵੀ ਪਾਣੀ ਲਾਉਣ ਜਾਂਦਾ ਆ। ਤੇ ਫਿਰ ਉਹ ਕਹਿੰਦਾ ਮੈਂ ਧੁਖੇ ਫੁੱਲਾਂ ਨੂੰ ਪਾਣੀ ਪਾਉਣਾ ਹਾਂ, ਤਾਂ ਫਿਰ ਮੈਂ ਆਂਦਾ ਪਾਣੀ ਦੇ ਥੱਲੇ ਆਪਣਾ ਆਪ ਕਰ ਦਿੰਦਾ ਹਾਂ। ਤੇ ਮੇਰੇ ਲਾਸਟ ਇਹੀ ਹੈ ਕਿ ਮੇਰੇ ਅੰਦਰ ਤੁਰ ਅੰਦਰ ਮੱਚ ਰਿਹਾ ਲਾਂਬੂ ਹੌਲੀ ਹੌਲੀ ਮੱਠਾ ਹੋਣ ਲੱਗਦਾ ਹੈ ਕਿ ਲਾਂਬੂ ਜਿਹੜਾ ਹੈ ਉਹ ਬਹੁਤ ਉਹਦੇ ਜਿਹੜਾ ਉਹ ਅੰਦਰਲਾ ਲਾਂਬੂ ਵੀ ਹੈ ਤੇ ਬਾਹਰਲਾ ਲਾਂਬੂ ਵੀ ਹੈ, ਤਾਂ ਜਾਤ ਪਾਤ ਦਾ ਲਾਂਬੂ ਵੀ ਹੈ। ਤਾਂ ਉਹ ਸਾਰਾ ਕੁਝ ਜਿਹੜਾ ਹੈ ਉਸ ਕਹਾਣੀ ਦੇ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਤੇ ਫਿਰ ਉਸ ਲਾਂਬੂ ਨੂੰ ਮੱਠਾ ਕੌਣ ਕਰਦਾ ਹੈ? ਮਾਨਵੀ ਰਿਸ਼ਤੇ ਜਿਹੜੇ ਹਨ ਉਹ ਮੱਠਾ ਕਰਦੇ ਹਨ। ਬਹੁਤ ਹੀ ਮੈਂ ਵੀ ਕਹਾਣੀ ਸਰਗੀ ਹੁਣਾਂ ਦੀ ਇਹ ਲਾਂਬੂ ਕਹਾਣੀ ਪੜ੍ਹੀ ਹੈ। ਬਹੁਤ ਮੈਂ ਕਹਿੰਦੀ ਹਾਂ ਬਹੁਤ ਪਰਤੀ ਕਹਾਣੀ ਹੈ। ਸਮਾਜਿਕ ਰਿਸ਼ਤਿਆਂ ਦੀਆਂ ਪਰਤਾਂ ਨੇ, ਸਮਾਜਿਕ ਵਿਤਕਰਿਆਂ ਦੀਆਂ ਪਰਤਾਂ ਨੇ, ਸਮਾਜ ਦੇ ਵਿੱਚ ਆਪਣੇ ਨੇੜਲੇ ਰਿਸ਼ਤਿਆਂ ਵਿਚਲੀਆਂ ਪਨਪਦੀਆਂ ਦੂਰੀਆਂ ਦੀਆਂ ਦੂਰੀ ਦੀ ਪਰਤ ਵੀ ਇਹਦੇ 'ਚ ਹੈਗੀ ਹੈ। ਤੇ ਸਭ ਤੋਂ ਖੂਬਸੂਰਤ ਗੱਲ ਜਿਹੜੀ ਸਰਗੀ ਮੈਨੂੰ ਲੱਗੀ ਸੀ ਕਿ ਜਿਹੜੇ ਜਾਤਾਂ ਦਾ ਪਾਤਾਂ ਦਾ ਤੁਸੀਂ ਉਹਨੂੰ ਲਹਿੰਦੀ ਤੇ ਚੜ੍ਹਦੀ ਦੋ ਚੀਜ਼ਾਂ ਦੇ ਨਾਲ ਬਹੁਤ ਹੀ ਬਖੂਬੀ ਉਹਨੂੰ ਚਿਤਰਿਆ। ਹਾਂਜੀ, ਤੇ ਉਹ ਵੇਖੋ ਜਿਹੜਾ ਇੰਦਰ ਨਰ ਦਾ ਘਰ ਹੈ ਉਹ ਵਿਚਕਾਰ ਦਿਖਾਇਆ ਆ। ਹਾਂ, ਵਿਚਕਾਰ ਕਿ ਉਹ ਬਿਲਕੁਲ
ਉਧਰ ਵੀ ਸਾਂਝ ਹੈ ਹਾਂ ਤੇ ਉਧਰ ਵੀ ਉਹ ਸਾਂਝ ਹੈ। ਉਧਰ ਜਿਹੜੀ ਚੜ੍ਹਦੇ ਪੱਤੀ ਵੱਲ ਇਸ ਲਈ ਸਾਂਝ ਹੋ ਗਈ ਕਿਉਂਕਿ ਪਿੱਛੇ ਲੱਗਦੇ ਆ, ਹਨਾ। ਤਾਂ ਉਹਦੇ ਵਿੱਚ ਇੱਕ ਥਾਂ ਤੇ ਤੁਸੀਂ ਕਿਤੇ, ਮੈਨੂੰ ਯਾਦ ਆ ਗਈ ਗੱਲ, ਮੈਨੂੰ ਉਸ ਕਹਾਣੀ ਦਾ ਪਾਰਟ ਬੜਾ ਵਧੀਆ ਲੱਗਦਾ ਹੈ। ਉਹ ਕਹਿੰਦਾ ਕਿ ਉਹ ਮਤਲਬ ਫਿਰ ਅਨਾਉਂਸਮੈਂਟਾਂ ਹੁੰਦੀਆਂ ਆ, ਉਹ ਹਰੀਜਨਾਂ ਵਾਲੇ ਪਾਸੇ ਜਿਹੜਾ ਉਹ ਕਹਿੰਦੇ ਕਿ ਉਹ ਉਧਰੋਂ ਜ਼ਿਮੀਂਦਾਰਾਂ ਵਾਲੇ ਪਾਸੇ ਕਹਿੰਦੇ ਕਿ ਅਸੀਂ ਤੁਹਾਨੂੰ ਆਪਣੇ ਖੇਤਾਂ 'ਚ ਨਹੀਂ ਵੜਨ ਦੇਣਾ ਜੇ ਤੁਸੀਂ ਇੰਨੀ ਲੈਣੀ ਹੈ, ਲੇਬਰ ਲੈਣੀ ਹੈ। ਤਾਂ ਉਹ ਕਹਿੰਦੇ ਕਿ ਜੇ ਤੁਹਾਨੂੰ ਨਹੀਂ ਕੋਈ ਹੈਗਾ ਤਾਂ ਸਾਨੂੰ ਵੀ ਕੋਈ ਹੇਜ ਨਹੀਂ ਹੈਗਾ ਤੁਹਾਡਾ, ਤਾਂ ਜੇ ਤੁਹਾਡੇ ਖੇਤ ਨਹੀਂ ਤਾਂ ਕਿਸੇ ਹੋਰ ਦੇ ਖੇਤ ਸਹੀ। ਤਾਂ ਫਿਰ ਉੱਥੇ ਕਹਿੰਦੇ ਆ ਉਹ ਜੱਟ ਜ਼ਿਮੀਂਦਾਰ ਲੋਕ ਕਹਿੰਦੇ ਆ ਕਿ ਮੈਂ ਜੱਟ ਨਹੀਂ ਲਫ਼ਜ਼ ਵਰਤਿਆ ਉੱਥੇ ਹਾਂ ਕਿਉਂਕਿ ਜ਼ਿਮੀਦਾਰ ਸਿਰਫ ਜੱਟ ਜਾਤੀ ਜਿਹੜੀ ਕਿਸਾਨੀ ਨਹੀਂ ਕਰਦੀ, ਸਾਡੇ ਕੋਲ ਕੰਬੋ ਬਰਾਦਰੀ ਹੈ, ਸਾਡੇ ਕੋਲ ਸੈਣੀ ਲੋਕ ਹਨ, ਸਾਡੇ ਕੋਲ ਰਾਜਪੂਤ ਲੋਕ ਹਨ, ਉਹ ਵੀ ਜਿਹੜਾ ਹੈ। ਔਰ ਮੈਨੂੰ ਤੇ ਉਹ ਕਈ ਵਾਰੀ ਕਹਿੰਦੇ ਹੁੰਦੇ ਆ ਕਿ ਕੰਬੋਆਂ ਦੇ ਲਾਗੇ ਜਿਹੜੇ ਹੈਗੇ ਪਿੰਡ, ਉਹਨਾਂ ਨੇ ਜੱਟਾਂ ਨੂੰ ਖੇਤੀ ਕਰਨ ਦੀ ਜਿਹੜੀ ਹੈ ਜਾਚ ਸਿਖਾ ਦਿੱਤੀ। ਮਤਲਬ ਹਰ ਜਿਹੜੀ ਹੈਗੀ ਨਾ, ਹਰ ਜਾਤ ਜਿਹੜੀ ਹੈਗੀ ਹੈ ਉਹਦਾ ਵੱਖਰਾ ਇੱਕ ਜਿਹਨੂੰ ਕਹਿੰਦੇ ਆ ਕਰੈਕਟਰ ਹੁੰਦੇ ਆ, ਹਨਾ। ਹਰ ਜਾਤ ਦੇ, ਜੱਟ ਜਾਤੀ ਦੇ ਆਪਣੇ ਬਖੂਬੀਆਂ ਹਨ, ਦੂਜੀਆਂ ਜਾਤੀਆਂ ਦੀਆਂ ਆਪਣੀਆਂ ਹਨ। ਉਹ ਵਾਲੀ ਮੈਂ ਗੱਲ ਨਹੀਂ ਕਰਦੀ, ਇੱਕ ਕਰੈਕਟਰ ਦੀ ਗੱਲ ਜਿਹੜੀ ਹੈ ਉਹ ਗੱਲ ਕਰ ਰਹੀ ਹਾਂ। ਤਾਂ ਉਹਦੇ ਵਿੱਚ ਉਹ ਕਹਿੰਦਾ ਹੈ ਕਿ ਤੂੰ ਨਾ ਕੀ ਲੱਗਦਾ ਆ, ਇਹ ਆਪਾਂ ਆਪੇ ਝੋਨਾ ਲਾ ਲਾਂਗੇ, ਜਾਂਦੇ ਤੇ ਜਾਣਦੇ। ਉਹ ਕਹਿੰਦਾ ਜਿੱਡੀ ਤੂੰ ਗੋਗੜ ਲਈ ਫਿਰਦਾ ਆ, ਇਹਦੇ ਨਾਲ ਝੋਨਾ ਤੇ ਕੀ, ਤੇਰੇ ਕੋਲ ਨੱਕਾ ਵੀ ਮੋੜਿਆ ਨਹੀਂ ਜਾਣਾ। ਤਾਂ ਉਹ ਇਸ ਤਰ੍ਹਾਂ ਦੇ ਜਿਹੜੇ ਡਾਇਲੋਗ ਆ, ਉਹ ਇਹ ਪੜ੍ਹ ਕੇ ਲੋਕਾਂ ਨੇ ਜਿਹੜਾ ਨਾ ਉਹ ਇਸ ਕਹਾਣੀ ਨੂੰ ਐਪਰੀਸ਼ੀਏਟ ਕੀਤਾ ਕਿ ਐ ਲੱਗਦਾ ਕਿ ਅਸੀਂ ਪਿੰਡਾਂ ਦੇ ਵਿੱਚ ਹੀ ਤੁਰੇ ਫਿਰਦੇ ਹੈਗੇ ਆ। ਜਿਵੇਂ ਉਹ ਗੱਲਾਂ ਵੀ ਕਰਦੇ ਆ ਆਪਸ ਦੇ ਵਿੱਚ, ਕਿਵੇਂ ਗੱਲਾਂ ਕਰਦੇ ਆ, ਭਈਆ ਕਿਵੇਂ ਗੱਲਾਂ ਕਰਦਾ ਹੈ। ਤਾਂ ਐ ਲੱਗਦਾ ਕਿ ਕਹਾਣੀ ਸਾਨੂੰ ਪਿੰਡਾਂ ਦੀਆਂ ਉੱਥੇ ਸੜਕਾਂ ਦੇ ਉੱਤੇ ਤੋੜ ਲੈਂਦੀ ਹੈਗੀ ਹੈ। ਬਿਲਕੁਲ, ਇਹ ਪੇਂਡੂ ਧਰਾਤਲ ਦੀ ਕਹਾਣੀ ਹੈ ਲਾਂਬੂ। ਜਿਹੜਾ ਲਾਂਬੂ ਸਾਡੇ ਅੰਦਰ ਵੀ ਧੁਖਦਾ, ਸਾਡੇ ਜ਼ਿਹਨ 'ਚ ਵੀ ਧੁਖਦਾ, ਦਿਮਾਗਾਂ ਦੇ ਵਿੱਚ ਵੀ ਉਹ ਲਾਂਬੂ ਜਿਹੜਾ ਨਾ ਹਰ ਵੇਲੇ ਬਲਦਾ ਰਹਿੰਦਾ, ਚਾਹੇ ਜਾਤ ਪਾਤ ਦਾ ਹੈ, ਚਾਹੇ ਉੱਚੇ ਹੋਣ ਦਾ ਹੈ, ਚਾਹੇ ਨੀਵੇਂ ਹੋਣ ਦਾ ਹੈ। ਸੋ ਬਹੁਤ ਹੀ ਖੂਬਸੂਰਤ ਕਹਾਣੀ ਹੈ ਸਰਗੀ ਦੀ ਲਾਂਬੂ ਕਹਾਣੀ। ਕਿਸੇ ਨੂੰ ਮਿਲੇ ਤਾਂ ਜ਼ਰੂਰ ਪੜ੍ਹਨਾ। ਤੇ ਸਰਗੀ, ਬੜਾ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ। ਜੀ ਕਰਦਾ ਹੈ ਸਰਗੀ ਗੱਲਾਂ ਕਰੀ ਜਾਵੇ ਆਪਣੀਆਂ ਕਹਾਣੀਆਂ ਦੀਆਂ, ਤੇ ਮੇਰੇ ਦਰਸ਼ਕ ਜਿਹੜੇ ਨੇ ਉਹਨਾਂ ਨੂੰ ਸੁਣੀ ਜਾਣ। ਸਰਗੀ, ਤੇਰਾ ਬਹੁਤ ਬਹੁਤ ਸ਼ੁਕਰੀਆ। ਤੇ ਤੁਹਾਨੂੰ ਢਾਹਾਂ ਪੁਰਸਕਾਰ ਮਿਲਣ ਤੇ ਮੇਰੇ ਵੱਲੋਂ ਵੀ ਤੇ ਸਾਡੇ ਪੰਜਾਬੀ ਨੈਸ਼ਨਲ ਟੀਵੀ ਵੱਲੋਂ ਵੀ ਇੱਕ ਵਾਰੀ ਫੇਰ ਸਵਾਗਤ ਹੈ। ਬਹੁਤ ਬਹੁਤ ਤੇਰਾ ਧੰਨਵਾਦ ਕਿ ਤੁਸੀਂ ਟਾਈਮ ਕੱਢਿਆ ਤੇ ਸਾਡੇ ਨਾਲ ਇੰਟਰਵਿਊ, ਇੰਨੀ ਦੂਰੋਂ ਮੈਂ ਤੁਹਾਡੀ ਇੰਟਰਵਿਊ ਲੈ ਰਹੀ ਹਾਂ। ਤੁਸੀਂ ਅੰਮ੍ਰਿਤਸਰ ਦੇ ਵਿੱਚ ਬੈਠੇ ਹੋ ਤੇ ਮੈਂ ਤੁਹਾਡੇ ਨਾਲ ਇੱਥੇ ਕੈਨੇਡਾ ਦੇ ਵਿੱਚ, ਕੈਲਗਰੀ ਦੇ ਵਿੱਚ ਆਪਣੇ ਘਰ ਵਿੱਚ ਬੈਠੀ ਗੱਲਬਾਤ ਕਰ ਰਹੀ ਹਾਂ। ਹੋ ਸਕਦਾ ਹੈ ਕਿ ਥੋੜੀ ਜਿਹੀ ਰਿਕਾਰਡਿੰਗ ਦੇ ਵਿੱਚ ਮਾੜੀ ਮੋਟੀ ਊਚ ਨੀਚ ਹੋਈ ਹੋਵੇ। ਉਮੀਦ ਕਰਦੀ ਹਾਂ ਕਿ ਦਰਸ਼ਕ ਇਹਨੂੰ ਬਹੁਤਾ ਗੋਲਣਗੇ ਨਹੀਂ ਤੇ ਸਰਗੀ ਦੀਆਂ ਗੱਲਾਂ ਨੂੰ ਸੁਣਨਗੇ। ਸ਼ੁਕਰੀਆ ਸਰਗੀ ਤੁਹਾਡਾ ਸ਼ਾਮਲ ਹੋਣ ਲਈ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਮੈਮ। ਥੈਂਕ ਯੂ ਸਰਗੀ। ਤੇ ਇਹ ਸਨ ਸਾਡੇ ਨਾਲ ਸਰਗੀ, ਜਿਨ੍ਹਾਂ ਨੂੰ ਇਸ ਵਾਰੀ ਦਾ 2021 ਦਾ ਢਾਹਾਂ ਪੁਰਸਕਾਰ $10,000 ਦਾ ਮਿਲਿਆ, ਜਿਹਦੀ ਵਰਚੁਅਲ ਸੈਰੇਮਨੀ ਹੋ ਚੁੱਕੀ ਹੈ। ਇਹ ਪੁਰਸਕਾਰ ਇਹਨਾਂ ਨੂੰ ਸਾਡੇ ਇੱਥੇ ਇੱਕ ਐਸੋਸੀਏਸ਼ਨ ਹੈ ਜਿਹੜੇ ਦਿੰਦੇ ਨੇ, ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ ਦੇ ਵੱਲੋਂ ਮਿਲਿਆ। ਤੇ ਇਸ ਪੁਰਸਕਾਰ ਮਿਲਣ ਦੇ ਨਾਲ ਸਾਬਤ ਹੁੰਦਾ ਹੈ ਕਿ ਦੇਸ਼ ਵਿਦੇਸ਼ ਵਿੱਚ ਪੰਜਾਬੀ ਲੋਕ ਜਿੱਥੇ ਵੀ ਹਨ, ਉਹ ਉੱਥੋਂ ਦੀਆਂ ਪਰਿਸਥਿਤੀਆਂ ਨੂੰ ਧਿਆਨ ਵਿੱਚ ਰੱਖ ਕੇ ਕਹਾਣੀਆਂ ਲਿਖਦੇ ਨੇ। ਉਹਨਾਂ ਕਹਾਣੀਆਂ ਦਾ ਮੁਲਾਂਕਣ ਹੁੰਦਾ ਹੈ ਤੇ ਉਹਨਾਂ ਦੇ ਆਧਾਰ ਦੇ ਉੱਪਰ ਕਹਾਣੀਆਂ ਦੀ ਉੱਚਤਾ ਨੂੰ ਪਰਖਦਿਆਂ ਹੋਇਆਂ ਇਨਾਮ ਦਿੱਤੇ ਜਾਂਦੇ ਨੇ। ਸੋ ਉਮੀਦ ਕਰਦੇ ਹਾਂ ਕਿ ਕਦੇ ਫੇਰ ਮੌਕਾ ਮਿਲੇਗਾ, ਸਰਗੀ ਨਾਲ ਫੇਰ ਗੱਲਾਂ ਕਰਾਂਗੇ। ਸੋ ਲੈਣੀ ਹੈ ਛੁੱਟੀ ਸਾਰੇ ਸਰੋਤਿਆਂ ਤੋਂ। ਮਿਲਾਂਗੇ ਫੇਰ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਵੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।